किसान आपदी ਜ਼ਮੀਨ ਦੇ ਵਿੱਚ ਤਾਂ ਅੱਜ ਮਾਲਕ ਫਿਰ ਉਹ ਵੱਡੇ ਫਾਰਮ ਹਾਊਸ ਬਣਾ ਦੇਣਗੇ ਹਜ਼ਾਰ ਏਕੜ ਦੇ ਇਕੱਠੇ ਕਰਕੇ ਉਹਦੇ 'ਚ ਅਲੱਗ-ਅਲੱਗ ਕਿਸਾਨ ਆਪਦਾ ਉੱਥੇ ਦਿਹਾੜੀਦਾਰ ਬਣ ਜਾਏਗਾ ਜਿਵੇਂ ਹੁਣ ਬਿਹਾਰ ਯੂਪੀ ਰਾਜਸਥਾਨ ਇੱਧਰਲਿਆਂ 'ਚ ਨਾਲੇ ਤਾਂ ਉਹਨੂੰ ਆਪਦੇ ਜੀਨਸ ਦਾ ਪੂਰਾ ਫਸਲ ਨਹੀਂ ਮੁੱਲ ਨਹੀਂ ਮਿਲਿਆ ਉਲਟਾ ਉਹ ਠੇਕੇ ਤੇ ਜ਼ਮੀਨ ਦੇ ਕੇ ਉਹਨੂੰ 18% GST ਭਰਨੀ ਪਏਗੀ ਉਦੋਂ ਕਿਸਾਨ ਮਰੇਗਾ। ਉਹ ਸਾਨੂੰ ਕਹਿ ਰਹੇ ਨੇ ਵੀ ਇਹ ਬੜੇ ਫਾਇਦੇਮੰਦ ਨੇ ਅਸੀਂ ਉਹਨਾਂ ਨੂੰ ਇਹ ਪੁੱਛਦੇ ਆ ਵੀ ਤੁਸੀਂ ਸਾਨੂੰ ਇੱਕ ਫਾਇਦਾ ਤਾਂ ਦੱਸ ਦਿਓ ਇਹਦਾ ਕੀ ਆ। ਇੱਕ ਦਰਖਤ ਸੀ ਜੀ ਉਹ ਦਰਖਤ ਦੇ ਉੱਤੇ ਉੱਲੂ ਆ ਕੇ ਬਹਿੰਦਾ ਸੀ ਤੇ ਉਹ ਉੱਲੂ ਸੀ ਜਿਹੜਾ ਉੱਲੂ ਬਹਿਣ ਨਾਲ ਉਹ ਦਰਖਤ ਬੜਾ ਪਰੇਸ਼ਾਨ ਸੀ ਵਿਚਾਰਾ। ਉਹ ਕਹਿੰਦਾ ਸੀ ਯਾਰ ਮੇਰੇ ਕਿੱਥੇ ਆ ਕੇ ਉੱਲੂ ਬਹਿੰਦਾ ਹੈਗਾ ਕੀ ਕੀਤਾ ਜਾਵੇ। ਪਰ ਉਹ ਜਿਹਦੇ ਖੇਤ 'ਚੋਂ ਦਰਖਤ ਲੱਗਿਆ ਸੀ ਉਹ ਕਿਸਾਨ ਨੇ ਇੱਕ ਦਿਨ ਉਹ ਦਰਖਤ ਕੱਟਤਾ। ਜਦੋਂ ਉਹ ਦਰਖਤ ਕੱਟਤਾ ਕਿਸਾਨ ਨੇ ਤੇ ਦਰਖਤ ਬੜਾ ਖੁਸ਼ ਹੋਇਆ ਵੀ ਚਲੋ ਮੈਂ ਸ਼ਹੀਦ ਤਾਂ ਹੋ ਗਿਆ ਪਰ ਉੱਲੂ ਤੋਂ ਤਾਂ ਮੈਨੂੰ ਨਿਜਾਤ ਮਿਲੀ ਨਾ। ਸੰਸਦ ਦੇ ਵਿੱਚ ਜਦੋਂ ਉਹਦੇ ਟੇਬਲ ਕੁਰਸੀਆਂ ਚਲੇ ਗਏ ਉੱਥੇ ਹੋਰ ਉੱਲੂ ਬਹਿਣ ਲੱਗ ਗਏ। ਉਹ ਬੜਾ ਪਰੇਸ਼ਾਨ ਹੋਇਆ ਕਹਿੰਦਾ ਯਾਰ ਪਹਿਲੇ ਨਾਲ ਇੱਥੋਂ ਨਾਲ ਤਾਂ ਮੈਂ ਉੱਥੇ ਹੀ ਚੰਗਾ ਸੀ। ਉਹ ਕਹਿੰਦਾ ਉੱਥੇ ਇੱਕ ਉੱਲੂ ਬਹਿੰਦਾ ਸੀ ਇੱਥੇ ਹਜ਼ਾਰਾਂ ਉੱਲੂ ਬਹਿ ਰਹੇ। ਕਾਲੇ ਕਾਨੂੰਨ ਦਾ ਅਸਰ ਪੈਣਾ ਉਹ ਕਿਸਾਨਾਂ ਦੇ ਉੱਤੇ ਤਾਂ ਪੈਣਾ ਹੀ ਪੈਣਾ ਹੈਗਾ। ਕਿਸਾਨ ਤਾਂ ਮਰੇਗਾ ਹੀ ਮਰੇਗਾ ਪਰ ਕਿਸਾਨ ਤੋਂ ਜ਼ਿਆਦਾ ਜੋ ਗਰੀਬ ਦਲਿਤ ਆ ਉਹ ਮਰੇਗਾ। ਇਹ ਉੱਲੂ ਜਿਹੜੇ ਉੱਥੇ ਬੈਠੇ ਉੱਲੂਆਂ ਨੂੰ ਅਸੀਂ ਦੱਸਣਾ ਚਾਹਾਂਗੇ ਵੀ ਇਹ ਤਿੰਨ ਕਾਨੂੰਨ ਇਹਦੇ ਵਿੱਚ ਵਿਰੋਧ ਆ। ਇਹ ਤਿੰਨੇ ਕਾਨੂੰਨ ਦਾ ਕਹਿਣ ਨਾਲ ਨਹੀਂ ਹੁੰਦਾ ਕਿਉਂਕਿ ਅੱਜ ਤੱਕ ਜੋ ਤੁਸੀਂ ਇਹ ਕਹਿ ਕੇ ਸਾਨੂੰ ਬੇਵਕੂਫ ਬਣਾਈ ਗਿਆ ਹੁਣ ਉਹ ਚੀਜ਼ਾਂ ਨਹੀਂ ਚੱਲਣੀਆਂ। ਰਿਟਰਨ 'ਚ ਦੋ ਜੋ ਦੇਣਾ ਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਜੀਤ ਸਿੰਘ ਰਮਾਣਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਤਾਂ ਤੁਹਾਨੂੰ ਸਿੰਘੂ ਬਾਰਡਰ ਤੋਂ ਲਗਾਤਾਰ ਹਰ ਅਪਡੇਟ ਦਿਖਾਉਂਦੇ ਆ ਰਹੇ ਹਾਂ। ਤਾਂ ਹੁਣ ਜਿਨ੍ਹਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਮਹੰਤ ਜਸਵੀਰ ਸਿੰਘ ਜੀ ਜਿਹੜੇ ਮਹੰਤ ਸੇਵਾ ਦਾਸ ਜੀ ਦੇ ਲੜਕੇ ਨੇ। ਤੁਹਾਨੂੰ ਦੱਸ ਦਈਏ ਕਿ ਇਹਨਾਂ ਨੇ ਪਿਛਲੇ ਦਿਨੀ ਜਿਹੜਾ 47 ਦਿਨ ਦੇ ਕਰੀਬ ਮਰਨ ਵਰਤ 'ਤੇ ਵੀ ਬੈਠੇ ਸੀਗੇ। ਜਥੇਬੰਦੀਆਂ ਦੇ ਆਗੂਆਂ ਨੇ ਆ ਕੇ ਇਹਨਾਂ ਦਾ ਮਰਨ ਵਰਤ ਜਿਹੜਾ ਤੁੜਵਾਇਆ ਸੀ। ਗੱਲਬਾਤ ਕਰਦੇ ਹਾਂ। ਜਸਵੀਰ ਜੀ ਕਿਵੇਂ ਦੇਖਦੇ ਹੋ ਹੁਣ ਜਿਹੜਾ ਸੰਘਰਸ਼ 3 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ? ਇਹ ਪਹਿਲਾਂ ਤਾਂ D5 ਚੈਨਲ ਦੇਖ ਰਹੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ। ਇਹ ਜੋ 3 ਮਹੀਨੇ ਨਹੀਂ ਜੀ ਅਸਲ 'ਚ ਤਾਂ 7 ਮਹੀਨੇ ਹੀ ਹੋ ਗਏ ਨੇ। ਤੇ ਜੋ 3 ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ ਚੱਲ ਰਿਹਾ ਮੈਂ ਵੀ ਤੇ 47 ਦਿਨ ਇੱਥੇ ਭੁੱਖਾ ਰਹਿ ਕੇ ਸਿਰਫ ਪਾਣੀ 'ਤੇ ਰਿਹਾ ਜੀ। ਤੇ ਮੇਰੇ ਕੋਲ ਕਾਫੀ ਲੀਡਰ ਵੀ ਆਏ। ਚੌਧਰੀ ਅਭੈ ਚੌਟਾਲਾ ਜੀ ਵੀ ਆਏ, ਉਹਨਾਂ ਦੇ ਦੋਨੇ ਬੇਟੇ ਆਏ। ਉਸ ਤੋਂ ਬਾਅਦ ਚੜੂਨੀ ਜੀ ਵੀ ਆਏ, ਕਿਸਾਨ ਨੇਤਾ ਤਾਂ ਸਾਰੇ ਹੀ ਆਏ ਸੀ। ਤੇ ਸਾਧੂ ਸੰਤ ਵੀ ਆਏ, ਆਪਣਾ ਲੁਧਿਆਣੇ ਵਾਲੇ ਬਾਬਾ ਕਲੇਰਾ ਜੀ ਲੱਖਾ ਸਿੰਘ ਜੀ ਉਹ ਵੀ ਆਏ। ਉਹਨਾਂ ਨੇ ਵੀ ਮੈਨੂੰ ਕਿਹਾ ਵੀ ਤੁਸੀਂ ਵਰਤ ਖੋਲ੍ਹੋ ਜੀ। ਉਹਨਾਂ ਦੇ ਸਾਰਿਆਂ ਦੇ ਦੇਸ਼ ਤੋਂ ਬਾਅਦ ਜਗਤ ਗੁਰੂ ਸ਼ੰਕਰਾਚਾਰੀਆ ਸਰੂਪਾਨੰਦ ਜੀ ਦਾ ਵੀ ਦੇਸ਼ ਆਇਆ ਅਤੇ ਉਹਨਾਂ ਦਾ ਸਾਰਿਆਂ ਦਾ ਦੇਸ਼ ਮੰਨਦੇ ਹੋਏ ਆਪਣੀ ਕਿਸਾਨ ਜੱਥੀਆਂ ਦਾ ਦੇਸ਼ ਮੰਨਦੇ ਹੋਏ ਮੈਂ 47ਵੇਂ ਦਿਨ ਵਰਤ ਖੋਲ੍ਹਿਆ ਸੀ ਜੀ। ਅਤੇ ਉਸ ਤੋਂ ਬਾਅਦ ਜੋ ਹੁਣ ਆਪਣਾ ਅੰਦੋਲਨ ਅੱਗੇ ਵਧ ਰਿਹਾ ਜੀ, ਅੰਦੋਲਨ ਬਹੁਤ ਵਧੀਆ ਜਾ ਰਿਹਾ ਗਾ। ਬਸ ਥੋੜ੍ਹਾ ਜਿਹਾ ਇਹਦੇ 'ਚ ਕਿਉਂਕਿ ਅੰਦੋਲਨ ਕੋਈ ਵੀ ਹੋਵੇ ਉਹਦੇ 'ਚ ਇੱਕ ਦੋ ਗੱਲਾਂ ਦੀ ਘਾਟ ਆਉਂਦੀ ਹੁੰਦੀ ਹੈ ਜੀ। ਕਿਉਂਕਿ ਉਹ ਜਦੋਂ ਬੰਦੇ ਨੂੰ ਪਤਾ ਚੱਲੂਗਾ ਅੰਦੋਲਨ 'ਚ ਉਦੋਂ ਹੀ ਫਿਰ ਲੱਗਦਾ ਪਤਾ ਵੀ ਇਹਨੂੰ ਆਪਾਂ ਕਿਵੇਂ ਸਹੀ ਕਰਨਾ। ਉਹ ਹੁਣ ਅਸੀਂ ਪਿੱਛੇ ਪਰਸੋਂ ਮਹਾਂ ਦਲਿਤ ਪੰਚਾਇਤ ਰੱਖੀ ਸੀ ਦਿੱਲੀ, ਜਿਹਦੀ ਅਗਵਾਈ ਡਾਕਟਰ ਉਦਿਤ ਰਾਜ ਜੀ ਨੇ ਕੀਤੀ ਸੀਗੀ। ਉਹਦੇ 'ਚ ਚੜੂਨੀ ਜੀ ਵੀ ਮੁੱਖ ਅਤਿਥੀ ਸਨ ਅਤੇ ਮੈਂ ਵੀ ਮੁੱਖ ਅਤਿਥੀ ਸੀ। ਅਸੀਂ ਦੋਨੇ ਮੁੱਖ ਮਹਿਮਾਨ ਸੀ ਜੀ। ਉੱਥੇ ਇਹ ਫੈਸਲਾ ਹੋਇਆ ਗਾ ਵੀ ਹੁਣ ਅੱਗੇ ਤੋਂ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਬੰਦਾ ਗਾ ਉਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਝੰਡੇ ਦੇ ਥੱਲੇ ਰਾਜਨੀਤਿਕ ਝੰਡਾ ਛੱਡ ਕੇ ਆਪਣੀ ਪਾਰਟੀ ਦਾ ਝੰਡਾ ਨਹੀਂ ਹੋਏਗਾ, ਉਹਦਾ ਰਾਜਨੀਤਿਕ ਕੋਈ ਵੀ ਉਹਦੇ 'ਚ ਨਹੀਂ ਹੋਏਗਾ। ਉਹ ਖੁਦ ਆਪਣਾ ਇੰਡੀਵਿਜੂਅਲੀ ਇਨਸਾਨ ਆਏਗਾ, ਉਹ ਕਿਸਾਨ ਅੰਦੋਲਨ ਦੇ ਵਿੱਚ ਸਮਰਥਨ ਕਰ ਸਕਦੇ ਨੇ। ਅਤੇ ਹੁਣ ਦਲਿਤ ਸਮਾਜ ਵੀ ਆ ਜੋ ਕਿਉਂਕਿ ਉਦਿਤ ਰਾਜ ਜੀ ਹਿੰਦੁਸਤਾਨ ਦੇ ਬਹੁਤ ਵੱਡੇ ਦਲਿਤ ਨੇਤਾ ਨੇ, 2 ਵਾਰੀ MP ਰਹਿ ਚੁੱਕੇ ਨੇ ਅਤੇ ਉਹਨਾਂ ਨੇ ਹੁਣ ਸਪੋਰਟ ਸਾਨੂੰ ਦਿੱਤੀ ਆ। ਹੁਣ ਅਸੀਂ ਕਿਸਾਨਾਂ ਦੇ ਤਾਂ ਅਲੱਗ-ਅਲੱਗ ਜਗ੍ਹਾ 'ਤੇ ਦਲਿਤ ਪੰਚਾਇਤਾਂ ਹੋ ਰਹੀਆਂ ਸੀ, ਹੁਣ ਦਲਿਤ ਮਹਾਂ ਪੰਚਾਇਤਾਂ ਵੀ ਹੋਣ ਜਾ ਰਹੀਆਂ। ਕਿਸਾਨ ਪੰਚਾਇਤਾਂ ਦੇ ਨਾਲ ਨਾਲ ਦਲਿਤ ਮਹਾਂ ਪੰਚਾਇਤਾਂ ਹੋਣ ਜਾ ਰਹੀਆਂ, ਜਿਹੜੀਆਂ 25 ਤਰੀਕ ਨੂੰ ਅਸੀਂ ਅੰਮ੍ਰਿਤਸਰ 'ਚ ਰੱਖੀ ਹੋਈ ਆ ਅਤੇ 12 ਤਰੀਕ ਨੂੰ ਮੇ ਵੀ ਆਪਣੀ ਇੱਥੇ UP 'ਚ ਰੱਖੀ ਹੋਈ ਆ ਸਹਾਰਨਪੁਰ 'ਚ ਅਤੇ ਅਲੱਗ-ਅਲੱਗ ਜਗ੍ਹਾ 'ਤੇ ਇਸ ਤਰ੍ਹਾਂ ਹੀ ਤਮਿਲਨਾਡੂ ਵੀ ਰੱਖੀ ਆ, ਮਹਾਰਾਸ਼ਟਰ 'ਚ ਵੀ ਰੱਖੀ ਆ, ਬਿਹਾਰ 'ਚ ਵੀ ਰੱਖੀ ਆ। ਬਿਹਾਰ ਵਾਲੀ 28 ਵਾਲੀ ਆ ਜੀ, 28 ਤਰੀਕ ਨੂੰ ਬਿਹਾਰ 'ਚ ਹੋਣ ਜਾ ਰਹੀ ਆ ਪਟਨਾ ਸਾਹਿਬ ਅਤੇ ਹਰਿਆਣੇ 'ਚ ਵੀ ਰੱਖੀ ਹੋਈ ਆ। ਉਹ ਕੁਰਕਸ਼ੇਤਰ ਵੀ ਹੋਊਗੀ, ਰੋਹਤਕ ਵੀ ਹੋਊਗੀ। ਹੁਣ ਇਹ ਸਾਨੂੰ ਜੋ ਦਲਿਤ ਸਮਾਜ ਦੀ ਸਪੋਰਟ ਮਿਲੀ ਆ ਕਿਉਂਕਿ ਕਿਸਾਨ ਅਤੇ ਦਲਿਤ
ਸਭ ਤੋਂ ਪਹਿਲਾਂ ਤਾਂ ਜੋ ਇਸ ਕਾਲੇ ਕਾਨੂੰਨ ਦਾ ਅਸਰ ਪੈਣਾ ਉਹ ਕਿਸਾਨਾਂ ਦੇ ਉੱਤੇ ਤਾਂ ਪੈਣਾ ਹੀ ਪੈਣਾ ਹੈਗਾ। ਕਿਸਾਨ ਤਾਂ ਮਰੇਗਾ ਹੀ ਮਰੇਗਾ, ਪਰ ਕਿਸਾਨ ਤੋਂ ਜ਼ਿਆਦਾ ਜੋ ਗਰੀਬ ਦਲਿਤ ਆ ਉਹ ਮਰੇਗਾ। ਕਿਉਂਕਿ ਹੁਣ ਇਹਨਾਂ ਨੇ 3 ਕਾਨੂੰਨ ਲਿਆਂਦੇ ਜੀ, ਠੀਕ। APMC ਵਾਲਾ ਲਿਆਂਦਾ ਤੇ ਆਪਣਾ ਮੰਡੀਕਰਨ ਵਾਲਾ ਲਿਆਂਦਾ ਜਿਹੜਾ ਕੰਟਰੈਕਟ ਫਾਰਮਿੰਗ, ਤੇ ਇੱਕ ਸੈਨੀਟੇਸ਼ਨ ਆਪਣਾ ਜਿਹੜਾ ਤੀਜਾ ਕਾਨੂੰਨ ਆ। ਇਹਦੇ 'ਚ ਫਰਕ ਕੀ ਪੈਣਾ ਮੈਂ ਤੁਹਾਨੂੰ ਡਿਟੇਲ 'ਚ ਦੱਸੂਗਾ ਜੀ, ਕਿਉਂਕਿ ਕਹਿੰਦੇ ਨੇ ਵੀ ਹਾਂਜੀ ਇਹ ਕਾਨੂੰਨ ਬੜੇ ਲਾਹੇਵੰਦ ਨੇ। ਹੁਣ ਉਹਦੇ 'ਚ ਮੈਂ ਇੱਕ ਉਦਾਹਰਣ ਵੀ ਦਊਂਗਾ ਤੁਹਾਨੂੰ। ਇੱਕ ਦਰਖਤ ਸੀ ਜੀ, ਉਹ ਦਰਖਤ ਦੇ ਉੱਤੇ ਉੱਲੂ ਆ ਕੇ ਬਹਿੰਦਾ ਸੀ, ਤੇ ਉਹ ਉੱਲੂ ਸੀ ਜਿਹੜਾ ਉੱਲੂ ਬਹਿਣ ਨਾਲ ਉਹ ਦਰਖਤ ਬੜਾ ਪਰੇਸ਼ਾਨ ਸੀ ਵਿਚਾਰਾ। ਉਹ ਕਹਿੰਦਾ ਸੀ ਯਾਰ ਮੇਰੇ ਕਿੱਥੇ ਆ ਕੇ ਉੱਲੂ ਬਹਿੰਦਾ ਹੈਗਾ, ਕੀ ਕੀਤਾ ਜਾਵੇ। ਪਰ ਉਹ ਜਿਹਦੇ ਖੇਤ 'ਚੋਂ ਦਰਖਤ ਲੱਗਿਆ ਸੀ ਉਹ ਕਿਸਾਨ ਨੇ ਇੱਕ ਦਿਨ ਉਹ ਦਰਖਤ ਕੱਟਤਾ। ਜਦੋਂ ਉਹ ਦਰਖਤ ਕੱਟਤਾ ਕਿਸਾਨ ਨੇ, ਤੇ ਦਰਖਤ ਬੜਾ ਖੁਸ਼ ਹੋਇਆ ਵੀ ਚਲੋ ਮੈਂ ਸ਼ਹੀਦ ਤਾਂ ਹੋ ਗਿਆ, ਪਰ ਉੱਲੂ ਤੋਂ ਤਾਂ ਮੈਨੂੰ ਨਿਜਾਤ ਮਿਲੀ ਨਾ। ਪਰ ਕੁਝ ਦਿਨਾਂ ਬਾਅਦ ਉਹੀ ਲੱਕੜ ਕਿਸੇ ਫਰਨੀਚਰ ਵਾਲੇ ਨੇ ਚੱਕ ਲਈ। ਉਹਨੇ ਫਰਨੀਚਰ ਚੱਕ ਕੇ ਉਹਦੀਆਂ ਕੁਰਸੀਆਂ ਬਣਾ ਕੇ, ਟੇਬਲ ਬਣਾ ਕੇ ਕਿੱਥੇ ਵੇਚਤੇ? ਆਪਣੇ ਸੰਸਦ ਦੇ ਵਿੱਚ। ਸੰਸਦ ਦੇ ਵਿੱਚ ਜਦੋਂ ਉਹਦੇ ਟੇਬਲ ਕੁਰਸੀਆਂ ਚਲੇ ਗਏ, ਉੱਥੇ ਹੋਰ ਉੱਲੂ ਬਹਿਣ ਲੱਗ ਗਏ। ਉਹ ਬੜਾ ਪਰੇਸ਼ਾਨ ਹੋਇਆ, ਕਹਿੰਦਾ ਯਾਰ ਪਹਿਲੇ ਨਾਲ ਇੱਥੋਂ ਨਾਲ ਤਾਂ ਮੈਂ ਉੱਥੇ ਹੀ ਚੰਗਾ ਸੀ। ਉਹ ਕਹਿੰਦਾ ਉੱਥੇ ਇੱਕ ਉੱਲੂ ਬਹਿੰਦਾ ਸੀ, ਇੱਥੇ ਹਜ਼ਾਰਾਂ ਉੱਲੂ ਬਹਿ ਰਹੇ ਆ ਮੇਰੇ ਲੱਕੜ ਦੇ ਉੱਤੇ। ਉਸੇ ਉਹ ਤਰ੍ਹਾਂ ਵੀ ਉਹ ਉੱਲੂਆਂ ਨੂੰ ਮੈਂ ਦੱਸਣਾ ਚਾਹੂੰਗਾ ਵੀ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਵੀ ਕਿਸਾਨ ਪੱਖੀ ਕਾਨੂੰਨ ਆ, ਆਪਣੇ ਮੰਡੀਆਂ ਦੇ ਵਿੱਚ ਅੱਜ ਦੇ ਵਿੱਚ ਮੰਡੀ ਦੇ ਵਿੱਚ ਜਾਂਦੇ ਹਾਂ ਤਾਂ ਲੱਗਦਾ ਸਾਨੂੰ 8% ਟੈਕਸ ਜੀ। ਤੇ ਬਾਹਰਲੇ ਇਹਨਾਂ ਨੇ ਜੋ ਨਵਾਂ ਬਿੱਲ ਬਣਾਇਆ ਉਹਦੇ ਵਿੱਚ ਜੋ ਪ੍ਰਾਈਵੇਟ ਬੰਦਾ ਚੱਕੇਗਾ ਜੀਨਸ ਉਹਨੂੰ ਲੱਗੇਗਾ 1% ਟੈਕਸ। 7% ਟੈਕਸ ਖਤਮ ਹੋ ਗਿਆ ਜੀ। 7% ਟੈਕਸ ਬਚਾਉਣ ਦਾ ਮਾਰਾ ਕਿਸਾਨ ਜਾਊਗਾ ਪ੍ਰਾਈਵੇਟ ਕੋਲੇ। ਅਸਲ ਖੇਡ ਉਦੋਂ ਸ਼ੁਰੂ ਹੋਣੀ ਇਹਨਾਂ ਦੀ, ਉਦੋਂ ਪਹਿਲਾਂ ਨਹੀਂ ਹੋਣੀ। ਜਦੋਂ ਉਹ 7% ਦੇ ਲਈ ਕਿਸਾਨ ਪ੍ਰਾਈਵੇਟ ਕੋਲੇ ਗਿਆ ਤੇ ਉਹ ਮੰਡੀ ਕਰਨਾ ਜਿਹੜਾ ਖਤਮ ਹੋ ਗਿਆ, ਤਾਂ ਜਦੋਂ ਉਹ ਚੱਕੇਗਾ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਉਹਦੇ ਵਿੱਚ 7% ਦੇ ਲਈ ਨਾਲ ਉਹਨਾਂ ਨੇ ਕਿਹਾ ਵੀ ਜਿੰਨਾ ਮਰਜ਼ੀ ਸਟੋਰ ਕਰ ਲੇ। ਜਿਹੜਾ ਬੰਦਾ ਪ੍ਰਾਈਵੇਟ ਬਿੱਲ ਉਹਦੇ ਵਿੱਚ ਲਿਖਿਆ ਗਿਆ ਵੀ ਜਿਹੜਾ ਪ੍ਰਾਈਵੇਟ ਤੁਹਾਡੀ ਕੰਪਨੀ ਚੱਕੇਗੀ ਉਹ ਜਿੰਨਾ ਮਰਜ਼ੀ ਸਟੋਰ ਕਰ ਸਕਦੀ ਆ, ਕਿਸਾਨ ਸਟੋਰ ਨਹੀਂ ਕਰ ਸਕਦਾ। ਉਦੋਂ ਅਸਲੀ ਖੇਡ ਸ਼ੁਰੂ ਹੋਣੀ ਆ, ਕਿਉਂਕਿ ਕਿਸਾਨ ਵਿਚਾਰਾ ਸਟੋਰ ਨਹੀਂ ਕਰ ਸਕਦਾ ਆਪਦੀ ਫਸਲ ਨੂੰ। ਪ੍ਰਾਈਵੇਟ ਜਿੰਨਾ ਮਰਜ਼ੀ ਸਟੋਰ ਕਰ ਲੇ ਤੇ ਜਿੰਨੇ ਮਰਜ਼ੀ ਸਾਲ ਕਰ ਲੇ। ਉਹ ਹੌਲੀ ਹੌਲੀ ਕੀ ਹੋਏਗਾ ਜੀ, ਹੌਲੀ ਹੌਲੀ ਜਦੋਂ ਉਹ ਬੰਦਾ ਸਟੋਰ ਕਰੇਗਾ ਨਹੀਂ, ਪ੍ਰਾਈਵੇਟ ਸਟੇਸ਼ਨ ਚੱਲ ਪਈ, ਉਦੋਂ ਬਾਅਦ ਪ੍ਰਾਈਵੇਟ ਘਰਾਣਿਆਂ ਨੇ ਕਹਿਣਾ ਜੀ ਤੁਹਾਡੀ ਫਸਲ ਆ ਜਿਹੜੀ ਇਹ ਸਾਨੂੰ ਨਹੀਂ ਪੂਰਾ ਸਹੀ ਨਹੀਂ ਆ ਰਿਹਾ, ਇਹਦਾ ਬੀ ਘਾਟੇ 'ਚ ਆ ਰਹੀ ਆ। MSP ਜੋ ਦਿੱਤੀ ਹੋਏਗੀ ਉਹ ਦਿੱਤੀ ਹੋਈ MSP ਤੇ ਉਹਨਾਂ ਨੇ ਖਰੀਦਣੀ ਨਹੀਂ। ਵਿਚਾਰਾ ਕਿਸਾਨ ਮਜਬੂਰੀ 'ਚ ਜੋ ਰੇਟ ਦੇਣਗੇ ਉਸ ਰੇਟ ਤੇ ਵੇਚਣੀ ਪਊਗੀ ਉਹਨੂੰ। ਉਹ ਵਿਚਾਰਾ ਉਸ ਰੇਟ 'ਚ ਵੇਚੇਗਾ। ਫਿਰ ਅੱਗੇ ਉਹ ਮਜਬੂਰੀ ਨੂੰ ਦੇਖਦੇ ਹੋਏ ਜਿਹੜਾ APMC ਕਾਨੂੰਨ ਆ, ਕੰਟਰੈਕਟ ਫਾਰਮਿੰਗ ਕਾਨੂੰਨ ਆ, ਜਿਹੜਾ ਕੰਟਰੈਕਟ ਫਾਰਮਿੰਗ ਕਾਨੂੰਨ ਦਾ ਹਿੱਸਾ ਉਦੋਂ ਸ਼ੁਰੂ ਹੋਏਗਾ। ਉਦੋਂ ਫਿਰ ਉਹ ਕੰਟਰੈਕਟ ਕਰਨਗੇ ਕਿਸਾਨ ਦੇ ਨਾਲ। ਕਿਸਾਨ ਆਪਦੀ ਜ਼ਮੀਨ ਦੇ ਵਿੱਚ ਤੱਜ ਮਾਲਕ, ਫਿਰ ਉਹ ਵੱਡੇ ਵੱਡੇ ਫਾਰਮ ਹਾਊਸ ਬਣਾ ਦੇਣਗੇ 1000 ਏਕੜ ਦੇ ਇਕੱਠੇ ਕਰਕੇ। ਉਹਦੇ 'ਚ ਅਲੱਗ-ਅਲੱਗ ਕਿਸਾਨ ਆਪਦਾ ਉੱਥੇ ਦਿਹਾੜੀਦਾਰ ਬਣ ਜਾਏਗਾ। ਜਿਵੇਂ ਹੁਣ ਬਿਹਾਰ, UP, ਰਾਜਸਥਾਨ ਇੱਧਰਲਿਆਂ 'ਚ ਉਵੇਂ ਜਦੋਂ ਦਿਹਾੜੀਦਾਰ ਬਣ ਗਿਆ ਕਿਸਾਨ, ਫਿਰ ਉਹ ਤੋਂ ਦਿਹਾੜੀ ਕਰਾਉਣਗੇ। ਉਹ ਦਿਹਾੜੀ ਹੋਊਗੀ, ਉਹਦੀ ਖੇਤੀ ਕਰਕੇ ਉਹਨੇ ਪ੍ਰਾਈਵੇਟ ਸੈਕਟਰ ਨੂੰ ਵੇਚਣੀ, ਉਹਦੀ ਤਾਂ ਦਿਹਾੜੀ ਆ। ਫਿਰ ਉਹ ਦਿਹਾੜੀ ਦੇ ਨਾਲ ਨਾਲ ਜੋ ਕੰਟਰੈਕਟ ਕੀਤਾ ਹੋਏਗਾ ਉੱਥੋਂ ਵੀ ਸਰਕਾਰ ਫਾਇਦਾ ਕੱਢੇਗੀ, ਕੰਟਰੈਕਟ ਤੋਂ ਵੀ। ਕਿਉਂਕਿ ਅੱਜ ਤੱਕ ਤੁਹਾਨੂੰ ਪਤਾ ਹੋਏਗਾ ਵੀ ਸਰਕਾਰ, ਪੰਜਾਬ ਦੀਆਂ ਸਰਕਾਰਾਂ ਨੇ ਕਿਸਾਨੀ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਗਾ। ਕਿਸਾਨਾਂ ਨੂੰ ਤਾਂ ਬਿਜਲੀ ਵੀ ਫ੍ਰੀ ਕੀਤੀ ਹੋਈ ਆ। ਉਦੋਂ ਫਿਰ ਸਰਕਾਰ ਨੇ ਜਿਹੜਾ ਆਪਾਂ ਕੰਟਰੈਕਟ ਕਰ ਰਹੇ ਹਾਂ, ਜੇ ਆਪਾਂ 50,000 ਰੁਪਏ ਏਕੜ 'ਚ 1 ਕਿੱਲਾ ਆਪਣਾ ਠੇਕੇ 'ਤੇ ਦੇ ਰਹੇ ਹਾਂ ਤਾਂ 50,000 ਦਾ 18% GST ਲੈਣਾ। ਉਹ 9,000 ਰੁਪਇਆ GST ਵੀ ਭਰਨਾ ਪਏਗਾ ਸਰਕਾਰ ਨੂੰ, ਕਿਸਾਨ ਨੂੰ। ਉਦੋਂ ਕਿਸਾਨ ਰਗੜਿਆ ਜਾਏਗਾ। ਨਾਲੇ ਤਾਂ ਉਹਨੂੰ ਆਪਦੇ ਜੀਨਸ ਦਾ ਪੂਰਾ ਫਸਲ ਨਹੀਂ ਮੁੱਲ ਨਹੀਂ ਮਿਲਿਆ, ਉਲਟਾ ਉਹ ਠੇਕੇ 'ਤੇ ਜ਼ਮੀਨ ਦੇ ਕੇ ਉਹਨੂੰ 18% GST ਭਰਨੀ ਪਏਗੀ। ਉਦੋਂ ਕਿਸਾਨ ਮਰੇਗਾ। ਇਹ ਉੱਲੂ ਜਿਹੜੇ ਉੱਥੇ ਬੈਠੇ, ਉੱਲੂਆਂ ਨੂੰ ਅਸੀਂ ਦੱਸਣਾ ਚਾਹਾਂਗੇ ਵੀ ਇਹ 3 ਕਾਨੂੰਨ ਇਹਦੇ 'ਚ ਵਿਰੋਧ ਆ। ਇਹ ਤਿੰਨੇ ਕਾਨੂੰਨ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਜੀ MSP ਲਾਗੂ ਰਹੇਗੀ, ਦੱਸੋ ਕਿੱਥੇ ਲਾਗੂ ਰਹੂਗੀ? ਤੁਸੀਂ ਰਿਟਰਨ 'ਚ ਤਾਂ ਦੇ ਨਹੀਂ ਰਹੇ। ਨਾਲ ਤੁਸੀਂ ਇਹ ਕਹਿ ਰਹੇ ਹੋ ਵੀ ਹਾਂਜੀ ਤੁਸੀਂ ਕੋਰਟ 'ਚ ਜਾ ਸਕਦੇ ਹੋ, SDM ਤੋਂ ਉੱਪਰ ਜਾ ਸਕਦੇ ਹੋ। ਹਜੇ ਤੱਕ ਕੋਈ ਰਿਟਰਨ 'ਚ ਨਹੀਂ ਦਿੱਤਾ ਤੁਸੀਂ ਸਾਨੂੰ, ਬਸ ਕਹਿ ਰਹੇ ਹੋ। ਕਹਿਣ ਨਾਲ ਨਹੀਂ ਹੁੰਦਾ, ਕਿਉਂਕਿ ਅੱਜ ਤੱਕ ਜੋ ਤੁਸੀਂ ਇਹ ਕਹਿ ਕੇ ਸਾਨੂੰ ਬੇਵਕੂਫ ਬਣਾਈ ਗਿਆ, ਹੁਣ ਉਹ ਚੀਜ਼ਾਂ ਨਹੀਂ ਚੱਲਣੀਆਂ। ਰਿਟਰਨ 'ਚ ਦੋ ਜੋ ਦੇਣਾ ਹੈਗਾ। ਜਸਵੀਰ ਜੀ, ਬੜਾ ਬਰੀਕੀ ਦੇ ਨਾਲ ਤੁਸੀਂ ਜਿਵੇਂ ਹੁਣ ਬਿਆਨ ਕਰਤਾ ਹੈ
ਪਰ ਹਜੇ ਵੀ ਜਿਹੜਾ ਹੈਗਾ ਕ੍ਰਿਸ਼ੀ ਮੰਤਰੀ ਹੈ, ਕੇਂਦਰੀ ਮੰਤਰੀ ਜਿਹੜਾ ਖੇਤੀਬਾੜੀ ਦੇ ਹੈ ਤੋਮਰ ਜੀ, ਉਹ ਫਿਰ ਕਿਉਂ ਵਾਰ-ਵਾਰ ਇਹ ਕਹਿ ਰਹੇ ਆ ਕਿ ਇਹ ਕਿਸਾਨਾਂ ਦੇ ਫਾਇਦੇਮੰਦ ਹੈ? ਉਹ ਤਾਂ ਇਹੀ ਗੱਲ ਆ ਗਈ ਨਾ ਜੀ, ਜਿਹੜਾ ਉਹਨਾਂ ਦਾ ਵੱਡਾ ਉੱਲੂ ਆ ਸਾਰਿਆਂ ਨਾਲੋਂ, ਉਹ ਉਹਨਾਂ ਤੇ ਦਬਾਅ ਪਾ ਰਿਹਾ ਛੋਟੀਆਂ ਉੱਲੂਆਂ ਤੇ। ਉਹ ਵਿਚਾਰੇ ਤਾਂ ਆਪਦੇ ਜੀ ਹਜ਼ੂਰੀ ਕਰਨ ਦੇ ਲਈ ਕਹਿ ਰਹੇ ਨੇ, ਕਿਉਂਕਿ ਉਹਨਾਂ ਨੂੰ ਆਪਦੀ ਕੁਰਸੀ ਬਚਾਉਣੀ ਆ। ਜਿਹੜੇ ਉਹ ਦਰਖਤ ਤੋਂ ਬਣੀ ਹੋਈ ਕੁਰਸੀ, ਵਿਚਾਰਾ ਦਰਖਤ ਵੀ ਰੋ ਰਿਹਾ, ਉਸ ਦਰਖਤ ਵਾਲੀ ਕੁਰਸੀ ਤੇ ਜਿਹੜਾ ਉਹ ਬਹਿੰਦੇ ਨੇ, ਉਹ ਕੁਰਸੀ ਬਚਾਉਣ ਲਈ ਸਿਰਫ ਕਹਿ ਰਹੇ ਨੇ। ਅੱਜ ਤੱਕ ਤੁਸੀਂ ਇਹ ਦੱਸੋ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੁੱਛਦਾਗਾ, ਉਹ ਸਾਨੂੰ ਕਹਿ ਰਹੇ ਨੇ ਵੀ ਇਹ ਬੜੇ ਫਾਇਦੇਮੰਦ ਨੇ। ਅਸੀਂ ਉਹਨਾਂ ਨੂੰ ਇਹ ਪੁੱਛਦੇ ਹਾਂ ਵੀ ਤੁਸੀਂ ਸਾਨੂੰ ਇੱਕ ਫਾਇਦਾ ਤਾਂ ਦੱਸ ਦਿਓ, ਇਹਦਾ ਕੀ ਆ? ਤੁਸੀਂ ਇਹ ਕਹਿ ਰਹੇ ਹੋ ਸਾਡੀ ਡਬਲ ਇਨਕਮ ਹੋ ਜਾਏਗੀ। ਕਿੱਥੇ ਇਨਕਮ ਹੋਏਗੀ ਸਾਡੀ? ਜਿਹੜਾ ਅਸੀਂ ਅੱਜ ਆਪਦੀ ਜ਼ਮੀਨ ਦੇ ਮਾਲਕ ਹਾਂ, ਤੁਸੀਂ ਉਹ ਕੰਟਰੈਕਟ ਫਾਰਮਿੰਗ ਕਰਾ ਕੇ ਸਾਨੂੰ ਤਾਂ ਤੁਸੀਂ ਦਿਹਾੜੀਦਾਰ ਬਣਾਤਾ। ਉਲਟਾ ਤੁਸੀਂ ਸਾਡੇ ਤੋਂ 18% ਟੈਕਸ ਲੈਣ ਲੱਗ ਗਏ। ਠੀਕ, ਜਿਹੜੀ ਸਾਡੀ ਜੀਨਸ ਅੱਜ MSP ਦੇ ਰੇਟ ਦੇ ਉੱਤੇ 2100 ਰੁਪਏ ਕੁਇੰਟਲ ਜਾ ਰਹੀ ਆ, ਉਹ ਸਾਨੂੰ 900 ਰੁਪਏ 800 ਰੁਪਏ ਕੁਇੰਟਲ ਵਿਕੇ ਗਈ ਜਦੋਂ ਮੰਡੀਕਰਨ ਖਤਮ ਹੋ ਗਿਆ। ਕਿਉਂਕਿ ਕਿਸਾਨ 8-7% ਟੈਕਸ ਬਚਾਉਣ ਲਈ ਵਿਚਾਰਾ ਮਜਬੂਰੀ ਨਾਲ ਬਾਹਰ ਜਾਏਗਾ ਹੀ ਜਾਏਗਾ। ਜਾਂ ਤਾਂ ਤੁਸੀਂ ਇਹ ਕਹੋ ਨਾ ਜੀ ਵੀ ਮੰਡੀਕਰਨ ਦੇ ਵਿੱਚ ਜੋ ਮੰਡੀਕਰਨ ਦਾ ਰੇਟ ਹੋਏਗਾ ਉਹੀ ਰੇਟ ਤੁਹਾਨੂੰ ਬਾਹਰ ਮਿਲੇਗਾ। ਮੰਡੀਕਰਨ ਅਸੀਂ ਲਾਗੂ ਰੱਖਾਂਗੇ, ਮੰਡੀਕਰਨ ਖਤਮ ਨਹੀਂ ਹੋਏਗਾ ਤੇ ਸਾਰੀਆਂ ਫਸਲਾਂ ਤੇ ਤੁਹਾਨੂੰ MSP ਮਿਲੇਗੀ। MSP ਸਾਰੀਆਂ ਤੇ ਬਣਾਓ ਨਾ, ਫਿਰ ਇਹ ਤਾਂ ਨਹੀਂ ਜੀ 2 ਫਸਲਾਂ ਤੇ MSP ਹੈ ਸਿਰਫ। ਇੱਕ ਇਹ ਵੀ ਥੋੜ੍ਹਾ ਦੱਸ ਦਿਓ, ਜਿਵੇਂ ਹੁਣ ਉਹ ਕਹਿ ਰਹੇ ਆ ਅਮੈਂਡਮੈਂਟ ਕਰ ਦਿੰਦੇ ਆ, ਯਾਨੀ ਕਿ ਸੋਧ ਕਰ ਦਿੰਦੇ ਆ, ਜਾਂ ਉਹਨਾਂ ਨੇ ਇੱਕ ਇਹ ਵੀ ਜਿਹੜਾ ਪ੍ਰਪੋਜ਼ਲ ਰੱਖਿਆ ਵੀ 2-2.5 ਸਾਲ ਵਾਸਤੇ ਅਸੀਂ ਸਸਪੈਂਡ ਕਰ ਦਿੰਦੇ ਕਾਨੂੰਨ। ਉਹਨਾਂ ਨੂੰ ਜੇ ਕਿਸਾਨ ਜਥੇਬੰਦੀਆਂ ਜਾਂ ਕਿਤੇ ਨਾ ਕਿਤੇ ਆਵਾਜ਼ ਆ ਰਹੀ ਹੈ ਵੀ ਇਹ ਮੰਨ ਲੈਣਾ ਚਾਹੀਦਾ ਕਿਸਾਨਾਂ ਨੂੰ, ਇਹਦੇ ਬਾਰੇ ਤੁਸੀਂ ਥੋੜ੍ਹਾ ਦੱਸੋ। ਨਹੀਂ ਜੀ, ਅਮੈਂਡਮੈਂਟ ਕਰਨ ਦਾ ਤਾਂ ਗੱਲ ਮੈਂ ਇੱਕ ਤੁਹਾਨੂੰ ਵੀ ਇਹ ਕਹਾਂਗਾ, ਤੁਸੀਂ ਸਾਡੇ ਸ਼ਹਿਰ ਦੇ ਹੋ, ਤੁਸੀਂ ਵੀ ਸਿਆਣੇ ਹੋ। ਇੱਕ ਆਪਾਂ ਕਾਪੀ ਲੈਂਦੇ ਆ, ਕਾਪੀ ਦੇ ਵਿੱਚ ਪੰਨੇ ਹੁੰਦੇ ਨੇ। ਪੰਨੇ ਆ ਜਿਹੜੇ ਲਾਈਕ ਕਾਪੀ ਇਹ ਕਾਨੂੰਨ ਨੇ, ਪੰਨੇ ਆ ਜਿਹੜੇ ਉਹਦੇ ਬਾਈਲਾਜ਼ ਨੇ। ਠੀਕ, ਹੁਣ ਇੱਕ ਬਾਈਲਾਜ਼ ਇਹਨਾਂ ਨੇ ਅਸੀਂ ਮੰਨਿਆ, 2 ਬਾਈਲਾਜ਼ ਮੰਨਿਆ, 15 ਉਹਦੇ 'ਚ ਬਾਈਲਾਜ਼ ਨੇ ਕਾਨੂੰਨ ਦੇ ਵਿੱਚ। 15 ਦੇ ਵਿੱਚੋਂ ਅਸੀਂ ਕਹਿ ਰਹੇ ਹਾਂ 12 ਬਾਈਲਾਜ਼ ਖਰਾਬ ਨੇ। ਸਰਕਾਰ ਖੁਦ ਮੰਨ ਰਹੀ ਆ ਵੀ 9 ਬਾਈਲਾਜ਼ ਦੇ ਵਿੱਚ ਅਸੀਂ ਅਮੈਂਡਮੈਂਟ ਕਰ ਦਿੰਦੇ ਆ। ਜਦੋਂ ਸਰਕਾਰ 9 ਮੰਨ ਰਹੀ ਆ ਵੀ 9 ਬਾਈਲਾਜ਼ ਜਿਹੜੇ ਹੈਗੇ ਨੇ ਉਹਦੇ ਵਿੱਚ ਉਹ ਸਹੀ ਨਹੀਂ ਗੇ, ਉਹਨਾਂ ਦੇ ਵਿੱਚ ਅਮੈਂਡਮੈਂਟ ਕਰਨ ਵਾਲੀ ਆ, ਅਸੀਂ 12 ਕਹਿ ਰਹੇ ਹਾਂ। ਹੁਣ ਜੇ 12 ਪੇਜਾਂ ਨੂੰ ਅਸੀਂ ਵਿੱਚੋਂ ਪੱਟਤਾ ਤੇ ਕੀ ਬਚਿਆ ਪਿੱਛੇ? ਇੱਕ ਜਿਲਤ, ਸਿਰਫ ਜਿਲਤ ਲਈ ਅੜੇ ਹੋਏ ਨੇ। ਇਹ ਜਿਲਤ ਨੂੰ ਤੁਸੀਂ ਦੁਬਾਰਾ ਬਣਾ ਲਓ, ਦੁਬਾਰਾ ਲੈ ਆਓ ਕਾਨੂੰਨ। ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਰੋਕ ਨਾ ਲਾਓ, ਰੋਕ ਲਾਓ। ਤੁਸੀਂ 2.5 ਸਾਲ ਦੀ ਬਜਾਏ 3 ਸਾਲ ਰੋਕ ਲਾ ਦਿਓ। ਰੋਕ ਲਾ ਕੇ ਨਵੀਂ ਕਮੇਟੀ ਬਣਾਓ ਜਿਹਦੇ 'ਚ ਸਾਡੇ ਕਿਸਾਨ ਜਥੇਬੰਦੀਆਂ ਦੇ ਆਗੂ ਹੋਣ ਸਾਰੇ ਪ੍ਰਦੇਸ਼ਾਂ ਤੋਂ, ਇਕੱਲੇ ਪੰਜਾਬ ਹਰਿਆਣਾ ਜਾਂ UP ਨਹੀਂ, ਸਾਰੇ ਪ੍ਰਦੇਸ਼ਾਂ ਦੇ, ਕਿਉਂਕਿ ਅਲੱਗ-ਅਲੱਗ ਪ੍ਰਦੇਸ਼ਾਂ ਦੇ ਵਿੱਚ ਅਲੱਗ-ਅਲੱਗ ਸਮੱਸਿਆਵਾਂ ਕਿਸਾਨਾਂ ਦੀਆਂ, ਕਿਉਂਕਿ ਅਲੱਗ-ਅਲੱਗ ਫਸਲ ਕਿਤੇ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ। ਉਸ ਕਰਕੇ ਸਾਰੇ ਪ੍ਰਦੇਸ਼ਾਂ ਤੋਂ ਕਿਸਾਨਾਂ ਦੇ ਜਿਹੜੇ ਆਪਣੇ ਕਿਸਾਨ ਨੇਤਾ ਉਹਨਾਂ ਨੂੰ ਲਿਆ ਜਾਵੇ, ਨਾਲ ਬੁੱਧੀਜੀਵੀ ਲੈ ਜਾਣ, ਨਾਲ ਐਗਰੀਕਲਚਰ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਲੈ ਜਾਣ, ਉਹਨਾਂ ਦੀ ਕਮੇਟੀ ਬਣਾਈ ਜਾਵੇ। ਰਾਜਨੀਤਿਕ ਬੰਦਾ ਨਹੀਂ ਹੋਣਾ ਚਾਹੀਦਾ ਉਹਦੇ 'ਚ, ਕੋਈ ਆਫੀਸਰ ਨਹੀਂ ਹੋਣਾ ਚਾਹੀਦਾ ਉਹਦੇ 'ਚ, ਬਸ ਬੁੱਧੀਜੀਵੀ ਹੋਣ, ਪ੍ਰੋਫੈਸਰ ਹੋਣ ਤੇ ਕਿਸਾਨ ਹੋਣ। ਉਹਨਾਂ ਦੀ ਕਮੇਟੀ ਬਣਾ ਕੇ ਜੋ ਆਪਦਾ ਅਮੈਂਡਮੈਂਟ ਕਰਕੇ ਦੇਣਗੇ, ਜੋ ਅੱਗੇ ਉਹ ਕਹਿਣਗੇ ਵੀ ਆਹ ਤੁਸੀਂ ਇਹਦੇ ਵਿੱਚ ਸੋਧ ਕਰ ਦਿਓ ਜੀ ਜਾਂ ਇਹਨਾਂ ਨੂੰ ਜੋੜ ਦਿਓ ਜੀ, ਉਹਨੂੰ ਲੈਣ। ਇਹੀ ਕਾਨੂੰਨ ਤੇ ਕਿਉਂ ਅੜੇ ਬੈਠੇ ਨੇ? ਇਹ ਕਾਨੂੰਨ ਤੇ ਅੜਨ ਦੀ ਕੋਈ ਗੱਲ ਨਹੀਂ। ਸਿਰਫ ਤੇ ਸਿਰਫ ਤੁਸੀਂ ਸੋਚੋ ਜੀ, ਅੱਜ ਅਸੀਂ ਇਹ ਕਾਨੂੰਨ ਵਾਪਸ ਲੈ ਲਿਆ ਤੇ ਜਨਤਾ ਸਾਡੇ ਨਾਲ ਨਾਰਾਜ਼ ਹੋ ਕੇ ਹਰੇਕ ਅੱਗੇ ਲਿਆ ਕਰੂਗੀ। ਇਹਨਾਂ ਪਾਗਲਾਂ ਨੂੰ ਇਹ ਦੱਸਣ ਵਾਲਾ ਵੀ ਜਨਤਾ ਤੁਹਾਡੇ ਨਾਲ ਹੋਰ ਜੁੜ ਜਾਏਗੀ, ਕਿਉਂਕਿ ਇਹ ਜਿਹੜਾ ਮੁੱਦਾ ਹੈਗਾ ਇਹ ਕਿਸੇ ਧਰਮ ਦਾ ਨਹੀਂਗਾ, ਇਹ ਕਿਸੇ ਜਾਤੀ ਦਾ ਨਹੀਂਗਾ, ਇਹ ਕਿਸਾਨੀਅਤ ਦਾ ਮੁੱਦਾ। ਕਿਸਾਨ ਮਤਲਬ ਅੰਨਦਾਤਾ, ਅੰਨਦਾਤੇ ਦਾ ਮੁੱਦਾ। ਜਦੋਂ ਅੰਨ ਉਗਾਉਣ ਵਾਲਾ ਨਹੀਂ ਸੁਖੀ ਤੇ ਦੇਸ਼ ਕਿਵੇਂ ਸੁਖੀ ਰਹੇਗਾ? ਜਸਵੀਰ ਜੀ, ਹੁਣ ਤੁਸੀਂ ਗੱਲ ਕੀਤੀ ਹੈ ਵੀ 4 ਮਹੀਨੇ ਜਿਹੜਾ ਲੋਕ ਆਪੋ ਆਪਣੇ ਸੂਬਿਆਂ ਦੇ ਵਿੱਚ ਬੈਠੇ ਹੈ, 3 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਹੋ ਗਿਆ। ਠੀਕ ਹੈ ਜੀ, ਤੇ ਤੁਸੀਂ ਹੁਣ ਨਾਲ ਗੱਲ ਕਰ ਰਹੇ ਹੋ ਮਹਾਂ ਪੰਚਾਇਤਾਂ ਹੋ ਰਹੀਆਂ, ਤੇ 7 ਮਹੀਨਿਆਂ ਦੇ ਵਿੱਚ ਨਹੀਂ ਕੇਂਦਰ ਸਰਕਾਰ ਨੇ ਗੱਲ ਮੰਨੀ, ਇਹ ਕਾਨੂੰਨ ਨਹੀਂ ਰੱਦ ਕੀਤੇ ਗਏ। ਤੁਸੀਂ ਬਰੀਕੀ ਨਾਲ ਜਿਹੜੀ ਦੱਸੀ ਹੈ ਵੀ ਕਿਸਾਨਾਂ ਨੂੰ ਫਾਇਦੇਮੰਦ ਹੈ ਜਾਂ ਨਹੀਂ, ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਕਿਤੇ ਨਾ ਕਿਤੇ ਜਿਹੜਾ ਪ੍ਰਭਾਵ ਪਊਗਾ ਤੇ ਕਾਨੂੰਨ ਰੱਦ ਹੋਣਗੇ? ਇਹ ਤਾਂ ਜੀ ਇੱਕ ਚੀਜ਼ ਤੁਹਾਨੂੰ ਮੈਂ ਅੱਜ ਲਿਖ ਕੇ ਦੱਸ ਰਿਹਾ, ਕੋਰੇ ਕਾਗਜ਼ ਤੇ ਲਿਖਿਆ ਜਾ ਚੁੱਕਿਆ ਵੀ ਕਾਨੂੰਨ ਤਾਂ ਰੱਦ ਹੋਣਗੇ ਹੀ ਹੋਣਗੇ। ਅੱਜ ਨਹੀਂ ਕਰਨਗੇ, 24 ਚ ਕਰਾ ਲਾਂਗੇ। ਇਹਨਾਂ ਦੇ ਦਿਮਾਗ 'ਚ ਕੁਛ ਗਲਤ ਫਹਿਮੀਆਂ ਵੜੀਆਂ ਹੋਈਆਂ।
ਇਹ ਗੁੱਜੂ ਦੇ, ਕਿਉਂਕਿ ਇਹ ਪ੍ਰਧਾਨ ਮੰਤਰੀ ਨਹੀਂਗਾ, ਇਹ ਅਸਲ 'ਚ ਗੁੱਜੂ ਆ। ਅਨਪੜ੍ਹ ਬੰਦੇ ਨੂੰ, ਜਿਹੜਾ ਪੜ੍ਹਿਆ ਲਿਖਿਆ ਹੀ ਨਾ ਹੋਵੇ, ਉਹ ਦੇਸ਼ ਕਿਵੇਂ ਚਲਾ ਲਏਗਾ। ਦੂਜੀ ਗੱਲ, ਜਿਹੜਾ ਬੰਦੇ ਨੂੰ ਆਪਦਾ ਘਰ ਪਰਿਵਾਰ ਹੀ ਨਹੀਂ ਹੈਗਾ, ਮਨ ਕੀ ਬਾਤਾਂ ਦੇ ਵਿੱਚ ਹੀ ਟਾਈਮ ਟਪਾਈ ਜਾਂਦਾ। ਮਨ ਦੀ ਬਾਤ ਤਾਂ ਆਪਾਂ ਕਰਦੇ ਹਾਂ ਆਪਦੇ ਘਰਦਿਆਂ ਦੇ ਨਾਲ, ਜਾਂ ਘਰ ਵਾਲੀ ਨਾਲ ਕਰਾਂਗੇ ਜਾਂ ਬੱਚਿਆਂ ਨਾਲ ਕਰਾਂਗੇ। ਜਿਹੜਾ ਬੰਦਾ ਦੇਸ਼ ਨਾਲ ਹੀ ਮਨ ਦੀ ਬਾਤ ਕਰਦਾ, ਉਹਦੇ ਜਿਹਦੇ ਘਰੇ ਕੋਈ ਬਾਲ ਬੱਚਾ ਨਹੀਂ, ਘਰ ਵਾਲੀ ਨਹੀਂ, ਉਹਨੂੰ ਦੇਸ਼ ਦੀ ਜਨਤਾ ਦਾ ਕੀ ਪਤਾ ਹੋਏਗਾ। ਇਹ ਤਾਂ ਚੰਦ ਪੂੰਜੀਪਤੀ ਘਰਾਣਿਆਂ ਦੇ ਪਿੱਛੇ ਲੱਗ ਕੇ ਦੇਸ਼ ਨੂੰ ਤਬਾਹ ਕਰਨ ਤੇ ਉੱਠਿਆ ਹੋਇਆ ਹੈਗਾ। ਇਹਨੂੰ ਇਹ ਨਹੀਂ ਦੇਖ ਰਿਹਾ ਵੀ ਜਿਹੜੀ ਜਨਤਾ ਨੇ ਮੈਨੂੰ ਇੰਨਾ ਵੱਡਾ ਫਤਵਾ ਦੇ ਕੇ ਇਸ ਕੁਰਸੀ ਤੇ ਬਹਾਇਆ ਸੀ, ਅੱਜ ਮੈਂ ਉਸੇ ਜਨਤਾ ਦੇ ਅਗੇਂਸਟ 'ਚ ਖੜਾ ਹੋਇਆ। ਚਲੋ ਕੋਈ ਨਹੀਂ, ਸਾਨੂੰ 7 ਮਹੀਨੇ ਹੋ ਗਏ ਨੇ, ਅਸੀਂ 36 ਮਹੀਨੇ ਹੋਰ ਟੱਪ ਲਾਂਗੇ, ਪਰ ਕਾਨੂੰਨ ਅਸੀਂ ਕਾਲੇ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ। ਇਹਦਾ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਹੋਰ ਅਪੀਲ ਵੀ ਕਰਾਂਗਾ, ਆਪਣੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਅਪੀਲ ਕਰਾਂਗਾ, ਜਿਹੜੇ ਵੀ ਸਾਡੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜਾਂ ਵਰਲਡ ਦੇ ਵਿੱਚ ਜਿਹੜੇ ਵੀ ਸਰੋਤੇ ਸੁਣ ਰਹੇ ਨੇ, ਉਹਨਾਂ ਨੂੰ ਵੀ ਅਪੀਲ ਕਰਾਂਗਾ ਵੀ ਪੱਛਮੀ ਬੰਗਾਲ ਦੇ ਵਿੱਚ, ਤਮਿਲਨਾਡੂ ਦੇ ਵਿੱਚ, ਅਸਾਮ ਦੇ ਵਿੱਚ, ਪੌਂਡੀਚੇਰੀ ਦੇ ਵਿੱਚ ਅਤੇ ਕੇਰਲ ਦੇ ਵਿੱਚ ਇਹ ਇਲੈਕਸ਼ਨਸ ਆ ਚੁੱਕੇ ਨੇ। ਇਲੈਕਸ਼ਨ ਆਪਾਂ ਜਿੰਨਾ ਮਰਜ਼ੀ ਬੀਜੇਪੀ ਦਾ ਵਿਰੋਧ ਕਰ ਲਈਏ, ਜਿੰਨੀ ਦੇਰ ਤੱਕ EVM ਨਹੀਂ ਖਤਮ ਹੁੰਦੀ, ਉਨੀ ਦੇਰ ਤੱਕ ਬੀਜੇਪੀ ਨੂੰ ਹਰਾਉਣ ਵਾਲਾ ਕੋਈ ਨਹੀਂਗਾ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਵੀ ਜਿਹਦਾ ਵੀ ਕੋਈ ਰਿਸ਼ਤੇਦਾਰ, ਜਾਣ ਪਛਾਣ ਵਾਲਾ ਕੋਈ ਵੀ ਰਹਿ ਰਿਹਾ ਇਹਨਾਂ ਪ੍ਰਦੇਸ਼ਾਂ ਦੇ ਵਿੱਚ, ਜਾਂ ਆਉਣ ਵਾਲੇ ਜਿਹੜੇ ਪ੍ਰਦੇਸ਼ਾਂ 'ਚ ਇਲੈਕਸ਼ਨਾਂ ਹੋਣਗੀਆਂ, ਆਪਣੇ ਪੰਜਾਬ 'ਚ ਵੀ ਆ ਰਹੀਆਂ ਸਾਲ ਬਾਅਦ, ਪੰਜਾਬ ਲਈ ਵੀ ਵੋਟ ਦਾ ਬਾਈਕਾਟ ਕੀਤਾ ਜਾਵੇ, ਪਾਰਟੀ ਦਾ ਨਹੀਂ। ਕਿਉਂਕਿ ਆਪਾਂ ਜਿਹਨੂੰ ਮਰਜ਼ੀ ਵੋਟ ਪਾਈਏ, ਜਦੋਂ ਬਟਨ ਦਬਾਉਣਾ ਨਾ EVM ਤੇ ਜਾ ਕੇ, ਉਹ ਪੈਣੀ ਵੋਟ ਬੀਜੇਪੀ ਨੂੰ ਹੀ ਆ। ਉਹਦੇ 'ਚ ਦੋ ਹੀ ਹੱਲ ਨੇ, ਜਾਂ ਤਾਂ ਵੋਟ ਦਾ ਬਾਈਕਾਟ ਕੀਤਾ ਜਾਵੇ, ਨਹੀਂ ਤਾਂ ਇਸੇ ਅੰਦੋਲਨ ਦੇ ਵਿੱਚ ਇੱਕ ਨਾਲ EVM ਦਾ ਅੰਦੋਲਨ ਵੀ ਚੱਕਿਆ ਜਾਵੇ ਵੀ ਜਦ ਤੱਕ EVM ਦੇ ਨਾਲ VVPAT ਮਸ਼ੀਨ ਦੀ ਜੋ ਪਰਚੀ ਆ ਉਹਨੂੰ ਕਾਊਂਟਿੰਗ ਦੇ ਵਿੱਚ ਨਹੀਂ ਲਿਆਂਦਾ ਜਾਂਦਾ, ਅਸੀਂ ਉਹ ਵੋਟ ਨੂੰ ਮੰਨਾਂਗੇ ਨਹੀਂ। ਸਰਕਾਰ, ਇਲੈਕਸ਼ਨ ਕਮਿਸ਼ਨ, ਸੁਪਰੀਮ ਕੋਰਟ VVPAT ਮਸ਼ੀਨ ਦੀ ਪਰਚੀ ਨੂੰ ਕਾਊਂਟਿੰਗ 'ਚ ਲਿਆਵੇ, ਫਿਰ ਅਸੀਂ ਮੰਨਾਂਗੇ। ਤੇ ਮੈਂ ਇਸ ਚੀਜ਼ ਤੋਂ ਲਿਖ ਕੇ ਦੇਣ ਨੂੰ ਤਿਆਰ ਹਾਂ ਜੀ। ਬੰਗਾਲ ਛੱਡੋ, ਤਮਿਲਨਾਡੂ ਛੱਡੋ, ਪੂਰੇ ਹਿੰਦੁਸਤਾਨ ਦੇ ਵਿੱਚ ਜੇ 10 ਸੀਟਾਂ ਵੀ ਬੀਜੇਪੀ ਦੀਆਂ ਆ ਜਾਣ ਤਾਂ ਤੁਸੀਂ, ਮੈਂ ਆਪਦੀ ਦਾੜੀ ਨਾਲ ਮਨਾ ਦੂੰਗਾ। ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਕਹੀ ਹੈ, ਪਰ ਇੱਕ ਗੱਲ ਕਰਦੇ ਆ ਜਸਵੀਰ ਜੀ, ਜਿਵੇਂ ਹੁਣ 26 ਜਨਵਰੀ ਨੂੰ ਘਟਨਾਕ੍ਰਮ ਹੋਇਆ ਸੀ, ਉਸ ਤੋਂ ਪਹਿਲਾਂ ਦੀ ਗੱਲ ਕਰੀਏ, ਲਗਾਤਾਰ ਮੀਟਿੰਗਾਂ ਵੀ ਜਿਹੜੀਆਂ ਕੇਂਦਰ ਸਰਕਾਰ ਕਰ ਰਹੀ ਸੀ ਕਿਸਾਨਾਂ ਦੇ ਨਾਲ। 26 ਜਨਵਰੀ ਤੋਂ ਬਾਅਦ ਤੁਸੀਂ 26 ਜਨਵਰੀ ਦੀ ਘਟਨਾਕ੍ਰਮ ਨੂੰ ਪਹਿਲਾਂ ਕਿਵੇਂ ਦੇਖਦੇ ਹੋ, ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ, ਕਹਿੰਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਹੌਸਲੇ ਜ਼ਰੂਰ ਕਿਤੇ ਨਾ ਕਿਤੇ ਘਟੇ ਆ, ਲੋਕਾਂ ਦੀ ਗੱਲਬਾਤ ਕਰੀਦੀ ਹੈ ਪੰਜਾਬ ਦੇ ਵਿੱਚ। ਜੇ ਫਰੀਦਕੋਟ ਦੀ ਗੱਲ ਹੀ ਕਰੀਏ, ਉੱਥੇ ਵੀ ਲੋਕਾਂ ਨਾਲ ਗੱਲਬਾਤ ਕਰੀਦੀ ਹੈ, ਲੋਕਾਂ ਦਾ ਜਿਹੜਾ ਉਤਸ਼ਾਹ ਕਿਤੇ ਨਾ ਕਿਤੇ ਘਟਦਾ ਦਿਖਾਈ ਦੇ ਰਿਹਾ। ਉਹਨਾਂ ਦਾ ਇਹੀ ਕਹਿਣਾ ਹੈ ਕਿ ਕਿਸਾਨਾਂ ਨੂੰ ਹੁਣ ਮੰਨ ਲੈਣਾ ਚਾਹੀਦਾ, ਮੋਦੀ ਦਾ ਨਹੀਂ ਮੰਨੇਗਾ। ਅਸਲ ਕਾਰਨ ਤੁਹਾਨੂੰ ਮੈਂ ਦੱਸਦਾ ਜੀ, ਜਦੋਂ ਅੰਦੋਲਨ ਲੰਬਾ ਖਿੱਚਣ ਲੱਗ ਜਾਂਦਾ ਨਾ, ਉਦੋਂ ਜਨਤਾ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਡਾਵਾਂਡੋਲ ਵਾਲਾ ਕੰਮ ਆਉਂਦਾ ਹੀ ਆ। ਇਹ ਚੀਜ਼ ਤੁਹਾਡੀ ਬਿਲਕੁਲ ਸਹੀ ਆ ਵੀ ਜਨਤਾ ਅੱਜ ਡਾਵਾਂਡੋਲ ਹੋਈ ਆ। ਕਾਹਦੇ ਕਰਕੇ? 26 ਜਨਵਰੀ ਦੇ ਇਨਸੀਡੈਂਟ ਕਰਕੇ ਵੀ, ਤੇ ਜਿਹੜਾ ਲੰਬਾ ਖਿੱਚ ਰਿਹਾ ਉਹਦੇ ਕਰਕੇ ਵੀ। ਪਰ ਮੈਂ ਇਹ ਕੋਰੇ ਲਫ਼ਜ਼ਾਂ ਨਾਲ, ਕੋਰੇ ਕਾਗਜ਼ 'ਤੇ ਲਿਖ ਕੇ ਦੇ ਰਿਹਾ, ਅੰਦੋਲਨ ਜਿੱਤਾਂਗੇ, ਜਿੱਤ ਕੇ ਜਾਵਾਂਗੇ। ਟਾਈਮ ਦਾ ਨਹੀਂਗਾ, ਟਾਈਮ ਚਾਹੇ 2 ਮਹੀਨੇ ਹੋਰ ਲੱਗ ਜਾਣ, ਚਾਹੇ 2 ਸਾਲ ਲੱਗ ਜਾਣ, ਪਰ ਜਿੱਤ ਕੇ ਜਾਵਾਂਗੇ, ਹਾਰ ਕੇ ਨਹੀਂ ਜਾਵਾਂਗੇ। ਨਾਲ ਮੈਂ ਇਹ ਦੱਸੂਗਾ 26 ਜਨਵਰੀ ਨੂੰ ਜੋ ਹੋਇਆ ਸੀ ਉਹ ਅਸਲ ਕਹਾਣੀ ਕੀ ਸੀ। ਕੁਛ ਚੰਦ ਟਟਪੁੰਜੀਏ ਬੀਜੇਪੀ ਵਾਲਿਆਂ ਦੇ, ਉਹਨਾਂ ਦਾ ਨਾਂ ਨਹੀਂ ਮੈਂ ਲਵਾਂਗਾ ਕਿਉਂਕਿ ਹੁਣ ਸਾਰਿਆਂ ਨੂੰ ਪਤਾ ਉਹਨਾਂ ਦਾ ਨਾਂ। ਉਹਨਾਂ ਨੂੰ ਪਹਿਲਾਂ ਤਾਂ ਸਾਡੇ ਅੰਦੋਲਨ ਦੇ ਵਿੱਚ ਉਹਨਾਂ ਨੇ ਵਾੜਿਆ, ਇਹ ਕਹਿ ਕੇ ਵੀ ਤੁਸੀਂ ਵੜੋ ਵਿੱਚ, ਤੁਸੀਂ ਕਿਸਾਨਾਂ ਦੇ ਪ੍ਰਤੀ ਦਿਖਾਓ ਜਿਹੜੀ ਚੀਜ਼ ਉਹਨਾਂ ਨੇ ਖੇਡਣੀ ਸੀ। ਪਹਿਲਾਂ ਸਾਨੂੰ ਅੱਤਵਾਦੀ ਕਿਹਾ, ਫਿਰ ਸਾਨੂੰ ਖਾਲਿਸਤਾਨੀ ਕਿਹਾ, ਫਿਰ ਸਾਨੂੰ ਮਾਓਵਾਦੀ ਕਿਹਾ, ਫਿਰ ਨਕਸਲਵਾਦੀ ਕਿਹਾ। ਉਸ ਤੋਂ ਬਾਅਦ ਸਾਨੂੰ ਕਿਹਾ ਜੀ ਇਹ ਤਾਂ ਫੰਡਿੰਗ ਖਾਲਿਸਤਾਨ ਤੋਂ ਆ ਰਹੀ ਆ, ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਆ, ਲੰਗਰ ਕਿੱਥੋਂ ਚਲਾ ਰਹੇ ਆ। ਜਦੋਂ ਸਾਰੇ ਜਵਾਬ ਇਹਨਾਂ ਨੂੰ ਮਿਲ ਗਏ ਵੀ ਹਾਂ ਇਹ ਸਾਰਾ ਕੁਝ ਰੱਬ ਕਰ ਰਿਹਾ, ਪਰਮਾਤਮਾ ਕਰ ਰਿਹਾ, ਜਿਹੜਾ ਸਾਡਾ ਬਾਬੇ ਨਾਨਕ ਨੇ ਲੰਗਰ ਚਲਾਇਆ ਸੀਗਾ ਉਹ ਲੰਗਰ ਚੱਲ ਰਿਹਾ, ਫਿਰ ਉਸ ਤੋਂ ਬਾਅਦ ਇਹ ਗੰਦੀ ਰਾਜਨੀਤੀ ਖੇਡਣ ਦੇ ਲਈ ਉਹ ਚੰਦ ਬੰਦਿਆਂ ਨੂੰ ਇਹਨਾਂ ਨੇ ਅੱਗੇ ਕਰਤਾ। ਮੈਂ ਖੁਦ ਇੱਥੇ ਮੌਜੂਦ ਸੀ ਜੀ 25 ਤਰੀਕ ਦੀ ਰਾਤ ਨੂੰ, ਉਹਨਾਂ ਨੇ ਆ ਕੇ ਸਟੇਜ ਹਾਈਜੈਕ ਕੀਤੀ। ਸਾਡੇ ਭੋਲੇ ਭਾਲੇ ਕਿਸਾਨ, ਇਹ ਤਾਂ ਖੁਦ ਮੋਦੀ ਜੀ ਮੰਨਦੇ ਆ ਵੀ ਕਿਸਾਨ ਬੜਾ ਭੋਲਾ ਹੁੰਦਾ। ਜੇ ਭੋਲਾ ਉਹ ਮੰਨਦੇ ਆ ਤਾਂ ਉਹਨਾਂ ਨੂੰ ਪਤਾ ਸੀ ਵੀ ਭੋਲਿਆਂ ਨੂੰ ਆਪਾਂ ਕਰਨਾ ਤਾਂ ਥੋੜ੍ਹਾ ਲੈ ਆਓ ਯੰਗ ਬਲੱਡ ਨੂੰ ਤਹਿਸ 'ਚ,
ਤੇ ਯੰਗ ਬਲੱਡ ਪਿੱਛੇ ਤੁਹਾਡਾ ਇਸ਼ਾਰਾ ਬਿਲਕੁਲ ਵੀ ਅਸੀਂ ਸਮਝ ਗਏ ਹਾਂ, ਪਰ ਹੁਣ ਦੱਸ ਹੀ ਦਿਓ ਤੁਸੀਂ, ਕਿਉਂਕਿ ਜਿਹੜੇ ਉਹ ਦੋਨਾਂ ਨੌਜਵਾਨਾਂ ਨੂੰ ਮੈਂ ਦੱਸ ਦਿੰਦਾ ਤੁਹਾਨੂੰ, ਲੱਖਾ ਸਿਧਾਣਾ ਤੇ ਦੀਪ ਸਿੱਧੂ ਬੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉਹਨਾਂ ਨੂੰ ਫਾਲੋ ਕਰਦੇ ਆ। ਤੇ ਇਹ ਵੀ ਕਿਤੇ ਨਾ ਕਿਤੇ ਕੋਈ ਝੂਠ ਨਹੀਂ ਆਪਾਂ ਕਹਿ ਸਕਦੇ ਕਿ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਇਹ ਅੰਦੋਲਨ ਪਹੁੰਚਿਆ ਤੇ ਨੌਜਵਾਨਾਂ ਦਾ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਰਿਹਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਮੰਨਦੇ ਹੋ, ਕਿਉਂਕਿ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਜਥੇਬੰਦੀਆਂ ਵੱਲੋਂ ਉਹਨਾਂ ਦੋਨਾਂ ਨੂੰ ਜਿਹੜਾ ਗਦਾਰ ਤੱਕ ਦਾ ਵੀ ਉਹਨਾਂ ਨੂੰ ਖਿਤਾਬ ਦੇ ਦਿੱਤਾ ਗਿਆ ਸੀਗਾ। ਹੁਣ ਦੀਪ ਸਿੱਧੂ ਜੇਲ੍ਹ ਦੇ ਵਿੱਚ, ਲੱਖਾ ਬਾਹਰ ਆਓ ਤੇ ਜਿਹੜੇ ਲੱਖਾਂ ਨਾਮ ਰੱਖੇ ਗਏ ਆ ਪੜ੍ਹਨ ਵਾਸਤੇ ਉਸ ਨੂੰ, ਤੇ ਤੁਸੀਂ ਹੁਣ ਕਿਵੇਂ ਦੇਖਦੇ ਹੋ ਉਹਨਾਂ ਨੂੰ ਇਸ ਫਿਰ ਤੋਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਉਹਨਾਂ ਨੂੰ ਲਿਆਉਣਾ ਚਾਹੀਦਾ ਜਾਂ ਕਿਵੇਂ? ਪਹਿਲੀ ਗੱਲ ਤਾਂ ਜੀ, ਪਹਿਲਾਂ ਉਹਨਾਂ ਤੋਂ ਕੰਮ ਕਢਾਇਆ, ਫਿਰ ਉਹਨਾਂ ਤੇ ਨਾਮ ਰੱਖਤਾ। ਦੀਪ ਸਿੱਧੂ ਦਾ ਜਿੰਨਾ ਇਨਵੋਲਵਮੈਂਟ ਸੀਗੀ ਉਹ ਵਿਚਾਰਾ ਭੋਲਾ ਭਾਲਾ ਪਹਿਲੀ ਵਾਰੀ ਰਾਜਨੀਤੀ ਦੇ ਗੁਰ ਜਾਣਦਾ ਨਹੀਂ ਸੀ ਯੂਜ਼ ਕਰਨ ਲਈ, ਕਿਉਂਕਿ ਸੈਲੀਬ੍ਰਿਟੀ ਆ, ਸੈਲੀਬ੍ਰਿਟੀ ਲਈ ਦੇ ਕਾਰਨ ਸਰਕਾਰ ਨੇ ਉਹਨੂੰ ਯੂਜ਼ ਕੀਤਾ। ਜਿੰਨਾ ਰੋਲ ਦੀਪ ਸਿੱਧੂ ਦਾ ਸੀ, ਲੱਖੇ ਸਿਧਾਣੇ ਦਾ ਉਹਨਾਂ ਰੋਲ ਨਹੀਂ ਸੀ। ਲੱਖੇ ਸਿਧਾਣੇ ਨੂੰ ਮੈਂ ਦੇਖਿਆ ਆਪ ਖੁਦ। ਲੱਖਾ ਸਿਧਾਣਾ ਸਿਰਫ 25 ਤਰੀਕ ਦੀ ਰਾਤ ਨੂੰ ਜੋ ਸਟੇਜ ਸੀ ਉਹ ਸਟੇਜ ਤੇ ਜ਼ਰੂਰ ਆਇਆ। 26 ਤਰੀਕ ਨੂੰ ਸਵੇਰ ਜਦੋਂ ਇੱਥੋਂ ਅੰਦੋਲਨ ਚੱਲਿਆਗਾ, ਲੱਖਾ ਸਿਧਾਣਾ ਹੈ ਨਹੀਂ ਸੀ ਉਹਦੇ 'ਚ। 25 ਤਰੀਕ ਨੂੰ ਸੀ, ਇਕੱਲਾ ਦੀਪ ਸਿੱਧੂ ਸੀ। ਦੀਪ ਸਿੱਧੂ ਨੇ ਇੱਥੋਂ ਅਗਵਾਈ ਕੀਤੀ ਅੰਦੋਲਨ ਦੀ, ਕਿਉਂਕਿ 7:30 ਵਜੇ ਤੱਕ ਇਹ ਸਾਡੇ ਬੈਰੀਕੇਡ ਖੋਲ੍ਹੇ ਨਹੀਂ ਗਏ ਸੀ। ਪੌਣੇ 8, 7:50 ਤੇ ਦੀਪ ਸਿੱਧੂ ਇਧਰਲੇ ਪਾਸੇ ਦੀ, ਮਗਰਲੇ ਪਾਸੇ ਦੀ ਆਪਦੀ ਗੱਡੀਆਂ ਲੈ ਕੇ 10-20 ਗੱਡੀਆਂ ਲੈ ਕੇ ਅੱਗੇ ਆਉਂਦਾ ਜਦੋਂ ਜੋ ਉਹਨਾਂ ਦੀ ਪਲੈਨਿੰਗ ਸੀਗੀ ਉਹ ਅੱਗੇ ਕਨਵੇ ਕਰਦਾ ਵੀ ਮੈਂ ਪਹੁੰਚ ਗਿਆ, ਨਾਲ ਦੀ ਨਾਲ ਬੈਰੀਕੇਡ ਖੋਲ੍ਹ ਦਿੱਤੇ ਜਾਂਦੇ ਆ ਤੇ 8:15 ਨੂੰ ਲੋਕ ਤੁਰਨੇ ਸ਼ੁਰੂ ਹੋ ਜਾਂਦੇ, ਕਿਉਂਕਿ ਉਹ ਅੱਗੇ ਲੱਗ ਕੇ ਤੁਰ ਪਏ ਸੀਗੇ। ਜਿਹੜਾ ਅਸਲ ਕਿਸਾਨ ਸੀ, ਅਸਲ ਕਿਸਾਨ ਤਾਂ ਉਹਨਾਂ ਤੋਂ 1.5 ਕਿਲੋਮੀਟਰ ਪਿੱਛੇ ਸੀ। ਉਹ 1.5 ਕਿਲੋਮੀਟਰ ਦਾ ਜਿਹੜਾ ਕਾਫਲਾ ਜਾ ਰਿਹਾ ਸੀ ਉਹ ਉਹਨਾਂ ਦਾ ਜਾ ਰਿਹਾ ਸੀ ਅੱਗੇ, ਤੇ ਜਿਹੜਾ ਉਹ ਕਾਫਲਾ 1.5 ਕਿਲੋਮੀਟਰ ਅੱਗੇ ਜਾ ਰਿਹਾ ਸੀ ਉਹ ਅੱਗੇ ਆਪਦੇ ਆਪ ਹੀ ਥੋੜ੍ਹਾ ਜਿਹਾ ਟਮਟਮਾ ਕਰਕੇ ਵੀ ਅਸੀਂ ਪੁਲਿਸ ਵਾਲਿਆਂ ਨਾਲ ਲੜ ਰਹੇ ਹਾਂ, ਬੈਰੀਕੇਡ ਖਿਲਾ ਰਹੇ ਹਾਂ, ਉਹ ਸਿਰਫ ਟਮਟਮਾ ਸੀ, ਕਿਉਂਕਿ ਥੋੜ੍ਹਾ ਜਿਹਾ ਲੜਾਈ ਦਿਖਾ ਕੇ ਪੁਲਿਸ ਆਪਣੇ ਆਪ ਹੀ ਬੈਰੀਕੇਡ ਖੋਲ੍ਹ ਰਹੀ ਸੀ। ਅਸੀਂ ਪਿੱਛੇ 2 ਕਿਲੋਮੀਟਰ ਪਿੱਛੇ ਮੇਰਾ ਕਾਫਲਾ ਚੱਲ ਰਿਹਾ ਸੀ, ਕਿਉਂਕਿ ਸਾਡੀਆਂ ਵੀ, ਮੇਰਾ ਖੁਦ ਦੇ ਟਰੈਕਟਰ ਆਏ ਹੋਏ ਸਨ ਪੰਜਾਬ ਤੋਂ, 80-90 ਟਰੈਕਟਰ ਪੰਜਾਬ ਤੋਂ ਆਏ ਸੀ, 40-50 ਟਰੈਕਟਰ ਹਰਿਆਣੇ ਤੋਂ ਸੀਗੇ, ਰਾਜਸਥਾਨ ਤੋਂ ਵੀ ਟਰੈਕਟਰ ਆਏ ਹੋਏ ਸੀ, ਈਵਨ ਕਿ ਉੱਤਰਾਖੰਡ ਤੋਂ ਵੀ ਆਏ। 150 ਤੋਂ 200 ਦੇ ਕਰੀਬ ਸਾਡਾ ਸੰਸਥਾ ਦਾ ਟਰੈਕਟਰ ਆਇਆ ਸੀ। ਅਸੀਂ 2 ਕਿਲੋਮੀਟਰ ਪਿੱਛੇ ਚੱਲ ਰਹੇ ਸੀ। ਜਿੱਧਰ ਨੂੰ ਸਾਨੂੰ ਪੁਲਿਸ ਵਾਲੇ ਕਹਿ ਰਹੇ ਸੀ ਅਸੀਂ ਉੱਧਰ ਨੂੰ ਟਰਨ ਕਰ ਰਹੇ ਸੀਗੇ। ਜਦੋਂ ਅਸੀਂ ਕਰਨਾਲ ਬਾਈਪਾਸ ਤੇ ਪਹੁੰਚੇ ਹਾਂ, ਮੈਨੂੰ ਅੱਗੋਂ ਦੇਖਿਆ ਮੈਂ ਵੀ ਅਸੀਂ ਤਾਂ ਰੋਹਨੀ ਵਾਲੀ ਸਾਈਡ ਨੂੰ ਜਾਣਾਗਾ, ਇਹ ਕੀ ਗੱਲ ਵੀ ਇਹ ਆਪਾਂ ਤਾਂ ITO ਸਾਈਡ ਨੂੰ ਮੁੜ ਪਏ ਆ। ਪਰ ਸਾਡੇ ਦਿਮਾਗ 'ਚ ਇਹ ਹੋਇਆ ਵੀ ਸ਼ਾਇਦ ਹੋ ਸਕਦਾ ਵੀ ਇਹਨਾਂ ਨੇ ਰੋਡ ਮੈਪ ਬਦਲਤਾ ਹੋਵੇ ਦਿੱਲੀ ਪੁਲਿਸ ਨੇ, ਚਲੋ ਜੀ ਸ਼ਾਇਦ ITO ਤੋਂ ਜਾ ਕੇ ਵਾਪਸ ਮੁੜ ਆਵਾਂਗੇ। ਜਦੋਂ ਅਸੀਂ ISBT ਵੀ ਟੱਪ ਗਏ, ISBT ਟੱਪਣ ਤੋਂ ਬਾਅਦ ਦੇਖ ਰਿਹਾ ਮੈਂ, ਜਿੰਨੇ ਵਿੱਚੋਂ ਡਿਵਰਜ਼ਨ ਆ ਜਿਹੜੇ ਕੱਟ ਨੇ ਉਹ ਸਾਰੇ ਬਲੌਕ ਕੀਤੇ ਹੋਏ ਸੀ ਦਿੱਲੀ ਪੁਲਿਸ ਨੇ। ਕਿਸਾਨ ਸਾਰੇ ਅੱਗੇ ਨੂੰ ਜਾ ਰਹੇ ਸੀ। ਲਾਲ ਕਿਲੇ ਵਾਲਾ ਕੱਟ ਆ ਤੇ ਉਧਰੋਂ ਦੂਸਰਾ ਕੱਟ ਹੈਗਾ ਗਾ ਜਿਹੜਾ ਰਾਜਘਾਟ ਦੇ ਬੈਕ ਸਾਈਡ ਦੀ ਹੋ ਕੇ ਜਾਂਦਾ, ਉਹ ਕੱਟ ਟੀ ਪੁਆਇੰਟ ਆ ਜਾਂਦਾ। ਉਹ ਟੀ ਪੁਆਇੰਟ ਤੇ ਪੁਲਿਸ ਖੜੀ ਹੋਈ ਆ, ਸਾਨੂੰ ਡਿਵਰਜ਼ਨ ਦੇ ਰਹੀ ਆ ਵੀ ਤੁਸੀਂ ਲਾਲ ਕਿਲੇ ਵਾਲੇ ਪਾਸੇ ਨੂੰ ਜਾਓ ਜੀ। ਕਿਸਾਨ ਨਹੀਂ ਗਏ, ਪੁਲਿਸ ਕਰਾ ਰਹੀ ਸੀਗੀ ਵੀ ਲਾਲ ਕਿਲੇ ਵਾਲੇ ਪਾਸੇ ਨੂੰ ਜਾਓ। ਜਦੋਂ ਲਾਲ ਕਿਲੇ ਵਾਲੇ ਪਾਸੇ ਨੂੰ ਚਲੇ ਗਏ, ਅਸੀਂ ਪੁੱਛਿਆ ਵੀ ਇੱਥੇ ਕਿਵੇਂ? ਉਹ ਕਹਿੰਦੇ ਜੀ ਅੱਜ ਕਿਸਾਨਾਂ ਲਈ ਲਾਲ ਕਿਲਾ ਖੋਲ੍ਹ ਦਿੱਤਾ ਗਿਆ ਗਾ। ਮੇਰੇ ਕੋਲ ਰਿਕਾਰਡਿੰਗਾਂ ਪਈਆਂ, ਮੇਰੇ ਕੋਲ ਫੋਟੋਗ੍ਰਾਫਸ ਪਏ ਨੇ ਵੀ ਜਦੋਂ ਪੁਲਿਸ ਵਾਲਿਆਂ ਕੋਲੇ ਮੈਂ ਉੱਤਰ ਕੇ ਜਾ ਰਿਹਾ ਗਾ, ਲਾਲ ਕਿਲੇ ਦਾ ਜਿਹੜਾ ਨਾਲ ਦਾ ਪਾਰਕ ਆ, ਮੈਂ ਉਹਦੇ ਵਿੱਚ ਦੀ ਮੈਂ ਪੁਲਿਸ ਵਾਲੇ ਨੂੰ ਕਿਹਾ ਵੀ ਹਾਂਜੀ ਤੁਸੀਂ ਸਾਨੂੰ ਗੇਟ ਖੋਲ੍ਹ ਦਿਓ, ਚਲੋ ਲਾਲ ਕਿਲੇ ਤੇ ਤੁਸੀਂ ਕਿਹਾ ਵੀ ਅੱਜ ਤੁਹਾਡੇ ਲਈ ਆਗਿਆ ਦੇ ਦਿੱਤੀ ਆ ਤਾਂ ਅਸੀਂ ਵੀ ਜਾਈਏ। ਉਹ ਕਹਿੰਦੇ ਜੀ ਤੁਹਾਡੇ ਲਈ ਮੇਨ ਗੇਟ ਅੱਗੋਂ ਦੀ ਖੁੱਲ੍ਹਾ ਗਾ। ਮੇਰੇ ਨਾਲ ਚੌਧਰੀ ਰਣਧੀਰ ਸਿੰਘ ਜੀ ਵੀ ਸੀਗੇ, ਤਾਊ ਦੇਵੀ ਲਾਲ ਜੀ ਦੇ ਡਰਾਈਵਰ ਰਹੇ ਨੇ, ਇਹ ਵੀ ਮੇਰੇ ਨਾਲ ਸੀ, ਮਹੰਤ ਜੈ ਸਿੰਘ ਵੀ ਮੇਰੇ ਨਾਲ ਸੀ, ਤਰਲੋਚਨ ਸਿੰਘ ਜੀ ਵੀ ਸਾਡੇ, ਹੋਰ ਵੀ ਕਈ ਐਕਸ ਸਰਪੰਚ 8-10 ਐਕਸ ਸਰਪੰਚ ਸੀਗੇ ਮੇਰੇ ਨਾਲ ਸੀ। ਅਸੀਂ ਉੱਥੇ ਜਦੋਂ ਪੁਲਿਸ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ, ਅਸੀਂ ਅੱਗੇ ਗਏ ਹਾਂ। ਅੱਗੇ ਜਾ ਕੇ ਮੈਂ ਕੀ ਦੇਖ ਰਿਹਾ, ਲਾਲ ਕਿਲੇ ਦੀ ਬਰਹੂ ਤੇ ਛੱਤ ਤੇ ਦੀਪ ਸਿੱਧੂ ਦੇ ਨਾਲ 20-50-100 ਦੇ ਕਰੀਬ ਮੁੰਡਾ ਉੱਤੇ ਖੜਾ, ਉਹਨਾਂ ਦੇ ਹੱਥ 'ਚ ਕੇਸਰੀ ਤਿਰੰਗਾ ਝੰਡਾ, ਕੇਸਰੀ ਝੰਡਾ ਸੀ ਸਾਡੇ ਪੰਥ ਦਾ ਝੰਡਾ, ਸਿੱਖ ਪੰਥ ਦਾ। ਉਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈਗਾ। ਉਹਦੇ 'ਚ ਕੋਈ ਖਾਲਿਸਤਾਨੀ ਝੰਡਾ ਨਹੀਂ ਸੀ, ਪਰ ਉਹਨੂੰ ਪੇਸ਼ ਗਲਤ ਤਰੀਕੇ ਨਾਲ ਕੀਤਾ ਹੈਗਾ। ਉੱਤੇ ਉਹ ਕੇਸਰੀ ਝੰਡੇ ਲੈ ਕੇ ਖੜੇ ਨੇ, ਕੋਈ ਤਿਰੰਗਾ ਝੰਡਾ ਨਹੀਂ ਸੀ ਉਹਨਾਂ ਕੋਲੇ। ਮੈਂ ਜਦੋਂ ਥੱਲੋਂ ਦੇਖਿਆ, ਮੈਂ ਕਿਹਾ ਇਹ ਜੋ ਚੀਜ਼ ਇਹ ਚਾਹ ਰਹੇ ਨੇ ਸਰਕਾਰ, ਇਹ ਉਧਰਲੇ ਪਾਸੇ ਨੂੰ ਗੱਲ ਜਾ ਰਹੀ ਹੈ, ਇਹਨੂੰ ਰੋਕਿਆ ਜਾਵੇ। ਮੈਂ ਆਪਦੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ। ਮੈਂ ਆਪਣੇ ਨਾਲ
ਤਰਲੋਚਨ ਸਿੰਘ ਜੀ ਨੂੰ ਲਿਆ ਕੱਲਿਆਂ ਨੂੰ, ਮੈਂ ਹੋਰ ਕਿਸੇ ਨੂੰ ਨਹੀਂ ਲਿਆ ਵੀ ਹਾਂਜੀ ਉੱਤੇ ਜਾ ਕੇ ਕਈ ਵਾਰੀ ਕੁਝ ਗੱਲ ਹੋਰ ਹੋ ਜਾਂਦੀ ਆ। ਚਲੋ ਤਰਲੋਚਨ ਸਿੰਘ ਜੀ ਨੂੰ ਲਈਏ। ਅਸੀਂ ਦੋਨਾਂ ਬੰਦਿਆਂ ਨੇ ਹੱਥ 'ਚ ਤਿਰੰਗੇ ਝੰਡੇ ਫੜੇ ਆ। ਅਸੀਂ ਉੱਤੇ ਗਏ ਆ ਲਾਲ ਕਿਲੇ ਦੇ। ਜਿਹੜਾ ਉਹ ਗੇਟ ਦੱਸ ਰਹੇ ਨਾ ਜੀ ਵੀ ਜਨਤਾ ਨੇ ਖੋਲ੍ਹਤਾ ਸੀ, ਉਹ ਜਨਤਾ ਨੇ ਗੇਟ ਨਹੀਂ ਖੋਲ੍ਹਿਆ ਸੀ। ਹੁਣ ਤੁਸੀਂ ਵੀ ਬੜੇ ਸੂਝਵਾਨ ਹੋ, ਜਿਹੜੇ ਕਿਲਿਆਂ ਦੇ ਗੇਟ ਹੁੰਦੇ ਸੀ ਉਹ ਕਿਲਿਆਂ ਦੇ ਗੇਟ ਇਕੱਲੇ ਹੱਥਾਂ ਨਾਲ ਤਾਂ ਨਹੀਂ ਖੁੱਲ੍ਹ ਜਾਣਗੇ। ਉਹ ਤਾਂ ਹਾਥੀ ਚਾਹੇ 10 ਹਾਥੀ ਲਾ ਦਿਓ ਤਾਂ ਨਹੀਂ ਖੁੱਲ੍ਹਦੇ, ਜੇ ਤੋਪ ਦੇ ਗੋਲੇ ਮਾਰੋ ਤਾਂ ਨਹੀਂ ਖੁੱਲ੍ਹਦੇ। ਉਹ 2 ਗੇਟ ਨੇ ਜੀ ਉੱਥੇ। ਪਹਿਲਾ ਗੇਟ ਹੈਗਾ ਸਰੀਆਂ ਦਾ, ਪਿਛਲਾ ਗੇਟ ਹੈਗਾ ਲੋਹੇ ਦਾ, ਅਤੇ ਉਹਦੇ ਅੰਦਰ ਪੁਲਿਸ ਦਾ ਪਹਿਰਾ। ਅਤੇ ਉਹ ਜਿਹੜਾ ਜ਼ੋਨ ਆ ਉਹ ਹਾਈ ਸਿਕਿਉਰਿਟੀ ਜ਼ੋਨ ਆ। ਲਾਲ ਕਿਲਾ ਰੈੱਡ ਫੋਰਟ ਹਾਈ ਸਿਕਿਉਰਿਟੀ ਜ਼ੋਨ ਆ। ਕਦੇ ਤੁਸੀਂ ਕਦੇ ਵੀ ਚਲੇ ਜਾਓ ਲਾਲ ਕਿਲੇ ਦੇ ਨੇੜੇ ਤਾਂ ਤੁਹਾਨੂੰ ਪਹੁੰਚਣ ਹੀ ਨਹੀਂ ਦੇਣਗੇ ਪੁਲਿਸ ਵਾਲੇ। ਕਿਸਾਨ ਕਿਵੇਂ ਪਹੁੰਚ ਗਿਆ? ਜੇ ਰਲਿਆ ਹੋਇਆ ਸੀ ਤਾਂ ਹੀ ਪਹੁੰਚਿਆ। ਹਾਂ, ਨਾਲੇ 26 ਜਨਵਰੀ ਸੀ, 26 ਜਨਵਰੀ ਤੇ ਲਾਲ ਕਿਲੇ 'ਤੇ ਤਾਂ ਕੋਈ ਹੈ ਹੀ ਨਹੀਂ ਸੀ। ਚਲੋ ਸਾਡਾ ਵੀ ਹੱਕ ਬਣਦਾ, ਅਸੀਂ ਵੀ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਗਾ ਵੀ ਜਦੋਂ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਤਿਰੰਗਾ ਚੜ੍ਹਾ ਦੇ ਉਦੋਂ 2 ਘੰਟਿਆਂ ਦੇ ਬਾਅਦ ਪਬਲਿਕ ਵੀ ਚੜ੍ਹਾ ਸਕਦੀ ਆ। ਅਸੀਂ ਆਪਦੇ ਉਸ ਹੱਕ ਨਾਲ ਲੱਗਿਆ। ਜਦੋਂ ਮੈਂ ਉਹ ਗੇਟ ਦੇਖਿਆ ਜਾ ਕੇ, ਉਹ ਗੇਟ ਕਿਵੇਂ ਸੀ, ਲਾਲ ਕਿਲੇ ਦੇ ਗੇਟ ਜਿਹੜਾ ਅੰਦਰਲਾ ਲੋਹੇ ਵਾਲਾ ਗੇਟ ਸੀ ਉਹ ਤਾਂ ਖੁੱਲ੍ਹਾ ਹੋਇਆ ਸੀ, ਅਤੇ ਜਿਹੜਾ ਸਰੀਆਂ ਵਾਲਾ ਗੇਟ ਸੀ ਉਹਨੂੰ ਸਿਰਫ ਅੰਦਰੋਂ ਸੱਬਲ ਲੱਗੀ ਹੋਈ ਸੀ। ਉਹ ਸੱਬਲ ਹੱਥ ਪਾ ਕੇ ਉਹਨਾਂ ਨੇ ਖੋਲ੍ਹਤੀ ਮੁੰਡਿਆਂ ਨੇ ਜਿਹੜੇ ਉਹਦੇ ਨਾਲ ਸੀ। ਉਹ ਅੰਦਰ ਚੜ੍ਹ ਗਏ ਅਤੇ ਉੱਤੇ ਇਹਨਾਂ ਨੇ ਕੇਸਰੀ ਝੰਡੇ ਚੜ੍ਹਾ ਰਿਹਾ। ਜਦੋਂ ਮੈਂ ਇਹ ਦੇਖ ਰਿਹਾ ਜਾਂਦਾ ਜਾਂਦਾ ਅਤੇ ਮੈਂ ਉੱਪਰ ਪਹੁੰਚਿਆ ਗਾ। ਉੱਪਰ ਪਹੁੰਚ ਕੇ ਪੁਲਿਸ ਵਾਲਿਆਂ ਨੇ ਦੀਪ ਸਿੱਧੂ ਨੂੰ ਆਪਣੇ ਮਗਰਲੇ ਪਾਸੇ ਰੱਖਿਆ ਹੋਇਆ ਸੀ। ਪੁਲਿਸ ਵਾਲੇ ਦੀਪ ਸਿੱਧੂ ਨੂੰ ਪ੍ਰੋਟੈਕਟ ਕਰ ਰਹੇ ਸੀਗੇ, ਉਹਨੂੰ ਸੇਵ ਕਰ ਰਹੇ ਸੀਗੇ, ਉਹਨੂੰ ਪ੍ਰੋਟੈਕਸ਼ਨ ਦੇ ਰਹੇ ਸੀ। ਮੈਂ ਜਦੋਂ ਉੱਥੇ ਤਿਰੰਗਾ ਲੈ ਕੇ ਉੱਤੇ ਸੀੜੀਆਂ 'ਤੇ ਚੜ੍ਹਿਆ, ਮੈਨੂੰ ਪੁਲਿਸ ਵਾਲਿਆਂ ਨੇ ਰੋਕਿਆ। ਮੈਨੂੰ ਕਹਿੰਦੇ ਜੀ ਤੁਸੀਂ ਅੱਗੇ ਨਹੀਂ ਜਾ ਸਕਦੇ। ਮੈਂ ਕਿਹਾ ਕਿਉਂ ਨਹੀਂ ਜਾ ਸਕਦੇ ਅੱਗੇ? ਅੱਜ ਤਿਰੰਗੇ ਦਾ ਜਗ੍ਹਾ ਇੱਥੇ ਤਿਰੰਗਾ ਚੜ੍ਹੂਗਾ, ਤੁਸੀਂ ਇਹ ਕੀ ਕਰਾ ਰਹੇ ਹੋ ਕੰਮ? ਠੀਕ, ਤੁਸੀਂ ਸਾਡਾ ਪੰਥ ਦਾ ਝੰਡੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਤੁਸੀਂ ਇੱਥੇ ਚੜ੍ਹਾ ਰਹੇ ਹੋ, ਅਤੇ ਤੁਸੀਂ ਉਹ ਚੀਜ਼ ਤੁਸੀਂ ਗਲਤ ਕਰਾ ਰਹੇ ਹੋ। ਤੁਹਾਨੂੰ ਸੰਵਿਧਾਨ ਦੀ ਸਹੁੰ ਚੁਕਾਈ ਜਾਂਦੀ ਆ, ਤੁਸੀਂ ਸੰਵਿਧਾਨ ਦੀ ਸਹੁੰ ਚੱਕ ਕੇ ਗਲਤ ਕੰਮ ਕਰਾ ਰਹੇ ਹੋ। ਇੰਨੇ ਦੇ ਵਿੱਚ ਕੀ ਹੋਇਆ, ਇੰਨੇ ਦੇ ਵਿੱਚ ਪੁਲਿਸ ਵਾਲੇ ਮੈਨੂੰ ਕਹਿੰਦੇ ਜੀ ਚਲੋ ਕਿਉਂਕਿ ਮੈਂ ਜਦੋਂ ਉਹਨਾਂ ਨੂੰ ਦੱਸੀਆਂ ਗੱਲਾਂ ਉਹ ਡਰ ਗਏ। ਉਹ ਕਹਿੰਦੇ ਜੀ ਤੁਸੀਂ ਦੀਪ ਸਿੱਧੂ ਨਾਲ ਗੱਲ ਕਰ ਲਓ। ਇੰਨੇ 'ਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੀਪ ਸਿੱਧੂ ਨੂੰ ਆਵਾਜ਼ ਮਾਰੀ। ਦੀਪ ਸਿੱਧੂ ਮੇਰੇ ਕੋਲੇ ਆ ਗਿਆ। ਉਹਦੀ ਰਿਕਾਰਡਿੰਗ ਪਈ ਆ ਜੀ, BBC 'ਤੇ ਵੀ ਚੱਲੀ ਆ, ਨਿਊਜ਼ 18 'ਤੇ ਵੀ ਚੱਲੀ ਆ, ਜ਼ੀ ਨਿਊਜ਼ 'ਤੇ ਵੀ ਚੱਲੀ ਆ, ਜਿੰਨਾ ਵੱਡਾ ਮੀਡੀਆ ਸਾਰੇ ਮੀਡੀਆ 'ਤੇ ਚੱਲੀ ਆ। ਦੀਪ ਸਿੱਧੂ ਮੇਰੇ ਕੋਲੇ ਆ ਕੇ ਮੈਨੂੰ ਹੱਥ 'ਚੋਂ ਝੰਡਾ ਤਿਰੰਗਾ ਜਿਹੜਾ ਮੇਰੇ ਫੜਿਆ ਸੀ ਉਹਨੇ ਖੋਹਣ ਦੀ ਕੋਸ਼ਿਸ਼ ਕੀਤੀ। ਮੈਨੂੰ ਕਹਿੰਦਾ ਬਾਈ ਜੀ ਥੱਲੇ ਜਾਓ, ਹੋ ਗਿਆ, ਜੋ ਝੰਡਾ ਚੜਾਉਣਾ ਸੀ ਚੜਾਤਾ, ਹੁਣ ਇੱਥੇ ਤਿਰੰਗਾ ਨਹੀਂ ਚੜੂਗਾ। ਮੈਂ ਕਿਹਾ ਕਿਵੇਂ ਤਿਰੰਗਾ ਨਹੀਂ ਚੜੂਗਾ? ਤੂੰ ਤਿਰੰਗੇ ਨੂੰ ਰੋਕਣ ਵਾਲਾ ਕੌਣ ਆ ਗਿਆ? ਮੈਂ ਕਿਹਾ ਬੰਦੇ ਦਾ ਪੁੱਤ ਬਣ ਕੇ ਪਿੱਛੇ ਹੋ ਜਾ, ਨਹੀਂ ਤਾਂ ਮੈਂ ਚੱਕ ਕੇ ਥੱਲੇ ਮਾਰੂੰ ਇੱਥੋਂ ਲਾਲ ਕਿਲੇ ਤੋਂ ਤੈਨੂੰ। ਠੀਕ, ਇੰਨੀ ਗੱਲ 'ਚ ਮੇਰੀ ਜਦੋਂ ਬਹਿਸ ਵਸਾਈ ਉਹਦੇ ਨਾਲ ਹੋਈ, ਉਹ ਪਿੱਛੇ ਹਟ ਗਿਆ ਜੀ ਡਰਦਾ ਮਾਰਾ। ਜਦੋਂ ਉਹ ਪਿੱਛੇ ਹਟ ਗਿਆ ਫਿਰ ਮੈਂ ਉੱਥੇ ਤਿਰੰਗਾ ਵੇਵ ਕੀਤਾ। ਇੱਥੋਂ ਤੱਕ ਦੀਪ ਸਿੱਧੂ ਦਾ ਰੋਲ ਜੋ ਸੀ। ਉਸ ਤੋਂ ਬਾਅਦ ਜੋ ਥੱਲੇ ਝਗੜਾ ਹੋਇਆ ਜੀ, ਉਹ ਵੀ ਦੀਪ ਸਿੱਧੂ ਦੇ ਬੰਦਿਆਂ ਨੇ ਕਰਾਇਆ, ਕਿਉਂਕਿ ਅਸੀਂ ਉੱਤੇ ਖੜੇ ਸੀ। ਉਹਨਾਂ ਨੇ ਉਹਨੇ 'ਚ ਦੀਪ ਸਿੱਧੂ ਨੇ ਉਹ ਬੰਦਿਆਂ ਨੂੰ ਕਿਹਾ ਗਾ ਵੀ ਹੁਣ ਚੱਲੋ ਇੱਥੋਂ, ਕਿਉਂਕਿ ਹੁਣ ਇੱਥੇ ਤਿਰੰਗੇ ਵਾਲੇ ਆਉਣ ਲੱਗ ਗਏ ਆ। ਉਹਨਾਂ ਨੂੰ ਇਸ ਗੱਲ ਕਹਿ ਕੇ ਉਹਨੇ ਪੌੜੀਆਂ ਲਾ ਕੇ ਥੱਲੇ ਲਾ ਲਿਆ। ਥੱਲੇ ਲਾ ਕੇ ਜਿਹੜਾ ਲਾਲ ਕਿਲੇ ਦੀ ਬੈਕ ਸਾਈਡ ਦੇ ਏਰੀਆ ਜਿੱਥੇ ਆਰਮੀ ਦਾ ਕੈਂਟ ਬਣਿਆ, ਆਰਮੀ ਕੈਂਟ ਬਣਿਆ ਹੋਇਆ, ਉਹ ਗੇਟ ਵਾਲੇ ਪਾਸੇ ਨੂੰ ਉਹਦੇ ਬੰਦੇ ਹੋ ਗਏ। ਉਹ ਗੇਟ ਅੰਦਰੋਂ ਬੰਦ ਕੀਤਾ ਹੋਇਆ ਸੀ। ਇਹ 20-50 ਬੰਦੇ ਉਧਰ ਨੂੰ ਜਦੋਂ ਗਏ, ਇਹਨਾਂ ਨੇ ਜਾ ਕੇ ਗੇਟ ਤੋੜਿਆ। ਅੰਦਰੋਂ ਪੁਲਿਸ ਵਾਲੇ ਨਿਕਲ ਆਏ, ਉਹਨਾਂ ਨੇ ਲਾਠੀ ਚਾਰਜ ਸ਼ੁਰੂ ਕਰਤਾ। ਆਪਣੇ ਭੋਲੇ ਭਾਲੇ ਕਿਸਾਨਾਂ ਨੇ ਜਦੋਂ ਇਹ ਦੇਖਿਆ ਵੀ ਸਾਡੇ ਭੋਲੇ ਭਾਲੇ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਹੋ ਰਿਹਾ, ਉਹ ਭਾਵੁਕ ਹੋ ਕੇ ਥੱਲੇ ਨੂੰ ਉਤਰਨ ਲੱਗ ਗਏ ਵੀ ਪੁਲਿਸ ਵਾਲਿਆਂ ਨੂੰ ਜਾ ਕੇ ਅਸੀਂ ਅੰਦਰ ਭੇਜੀਏ ਜਾਂ ਮਾਰੀਏ। ਜਦੋਂ ਇਹ ਚੀਜ਼ ਮੈਂ ਉੱਤੋਂ ਦੇਖੀ, ਮੇਰਾ ਵਰਤ ਰੱਖਿਆ ਹੋਇਆ ਸੀ, ਭੁੱਖਾ ਭਾਣਾ ਸੀ, ਗਲੂਕੋਜ਼ ਲਵਾ ਕੇ ਗਿਆ ਸੀ, ਮੈਂ ਵੀ ਉੱਤਰਦਾ ਹੋਇਆ ਥੱਲੇ ਆਇਆ, ਜਾਨ ਦੀ ਪਰਵਾਹ ਨਾ ਕਰਦਾ ਹੋਇਆ। ਮੈਂ ਉਹ ਲੜਾਈ ਦੇ ਵਿੱਚ ਆ ਕੇ ਮੈਂ ਹੱਥ ਜੋੜ ਕੇ ਪੁਲਿਸ ਵਾਲਿਆਂ ਨੂੰ ਵੀ ਰੋਕਿਆ, ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਰੋਕਿਆ। ਮੈਂ ਕਿਹਾ ਨਹੀਂ, ਇਹਨਾਂ ਦਾ ਇਹਦੇ 'ਚ ਕੋਈ ਕਸੂਰ ਨਹੀਂ ਗਾ, ਜਿਹੜੇ ਕਰਨ ਵਾਲੇ ਸੀ ਉਹ ਤਾਂ ਨਿਕਲ ਗਏ, ਹੁਣੇ ਆਪਾਂ ਆਪਸ 'ਚ ਸਿਰ ਪਾੜੀ ਜਾਵਾਂਗੇ ਇੱਕ ਦੂਜੇ ਦੇ, ਇਹ ਤੁਸੀਂ ਨਹੀਂ ਕਰਨਾ ਹੈਗਾ। ਅਸੀਂ ਪੁਲਿਸ ਵਾਲੇ ਵੀਰਾਂ ਨੂੰ ਅੰਦਰ ਭੇਜਿਆ। ਮੈਂ ਤਕਰੀਬਨ 100 ਪੁਲਿਸ ਵਾਲਿਆਂ ਨੂੰ ਬਚਾਇਆ, ਅਤੇ ਤਕਰੀਬਨ ਪੁਲਿਸ ਵਾਲਿਆਂ ਤੋਂ ਵੀ 100-150 ਆਪਣੇ ਨੌਜਵਾਨਾਂ ਨੂੰ ਬਚਾਇਆ ਜਿਨ੍ਹਾਂ ਨੂੰ ਉਹ ਡੰਡਿਆਂ ਨਾਲ ਕੁੱਟ ਰਹੇ ਸੀ ਵੀ ਨਹੀਂ ਮਾਰਨਾ ਨਹੀਂ ਗਾ। ਮੈਂ ਉਹਨਾਂ ਨੂੰ ਕਿਹਾ ਤੁਸੀਂ ਰੁਕੋ। ਪੁਲਿਸ ਵਾਲੇ ਵੀ ਰੁਕ ਗਏ, ਆਪਣੇ ਵੀਰ ਵੀ ਰੁਕ ਗਏ। ਉਹਨਾਂ 100 ਪੁਲਿਸ ਵਾਲਿਆਂ ਨੂੰ ਮੈਂ ਅੰਦਰ ਗੇਟ ਦੇ ਅੰਦਰ ਛੱਡਣ ਚਲਾ ਗਿਆ। ਓਨੇ ਟਾਈਮ ਦੇ ਵਿੱਚ ਉੱਥੇ 2 ਗੋਲੀਆਂ ਚੱਲੀਆਂ। ਇਹ ਤੁਹਾਨੂੰ ਵੀ ਪਤਾ ਜੀ,
ਪੁਲਿਸ ਨੂੰ ਜਦੋਂ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ, ਪੁਲਿਸ ਨੂੰ ਪਹਿਲੀ ਟ੍ਰੇਨਿੰਗ ਹਾਂਜੀ 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 ਉਹ 2 ਗੋਲੀਆਂ ਚੱਲੀਆਂ। ਜਦੋਂ ਪੁਲਿਸ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਪੁਲਿਸ ਨੂੰ ਟ੍ਰੇਨਿੰਗ ਇਹ ਦਿੱਤੀ ਜਾਂਦੀ ਆ ਵੀ ਪਹਿਲੇ ਹਵਾਈ ਫਾਇਰ ਕਰਨੇ ਆ ਤੁਸੀਂ, ਤੇ ਜੇ ਸਾਹਮਣੇ ਤੁਹਾਨੂੰ ਸ਼ੂਟ ਕਰਨਾ ਪਵੇ ਤਾਂ ਜਿੰਨੀ ਤੁਹਾਡੇ ਰਾਈਫਲ ਦੇ ਵਿੱਚ, ਪਿਸਟਲ ਦੇ ਵਿੱਚ ਜਿੰਨੀਆਂ ਵੀ ਗੋਲੀਆਂ ਉਹ ਸਾਰੀਆਂ ਖਾਲੀ ਕਰ ਦੇਣੀਆਂ। ਇਹ ਨਹੀਂ ਵੀ ਤੁਸੀਂ 2 ਚਲਾਉਣੀਆਂ। ਪਰ ਉੱਥੇ ਕੀ ਹੋਇਆ ਸੀ ਜੀ, ਉੱਥੇ 2 ਗੋਲੀਆਂ ਚੱਲੀਆਂ ਸੀ, ਉਹ ਵੀ ਹਵਾ ਦੇ ਵਿੱਚ ਨਹੀਂ ਚੱਲੀਆਂ ਸੀ, ਉਹ ਅੱਗੋਂ ਸ਼ੂਟ ਕੀਤਾ ਗਿਆ ਸੀ, ਸਾਡੇ ਭਰਾਵਾਂ ਦੇ ਵੱਜੀਆਂ ਸੀ। ਇਸ ਚੀਜ਼ ਦਾ ਖੰਸਾ ਵੀ ਉਹ ਪੁਲਿਸ ਵਾਲਿਆਂ ਨੇ ਨਹੀਂ ਚਲਾਈਆਂ, ਉਹ ਕਿਸੇ ਹੋਰ ਨੇ ਚਲਾਈਆਂ, ਉਹਦੀ ਤਹਿਕੀਕਾਤ ਕੀਤੀ ਜਾਵੇ, ਕਿਉਂਕਿ ਉਹ ਗੋਲੀਆਂ ਵੀ ਨਿਕਲ ਆਈਆਂ। ਉਹ ਗੋਲੀਆਂ ਤੋਂ ਪਹਿਚਾਣ ਹੋ ਜੂ ਵੀ ਉਹ ਕਿਹੜੇ ਅਸਲੇ ਦੀਆਂ। ਜੇ ਉਹ ਸਰਕਾਰੀ ਅਸਲੇ ਦੀਆਂ ਤਾਂ ਵੀ ਮੈਚ ਹੋ ਜਾਏਗਾ, ਜੋ ਕਿਸੇ ਪ੍ਰਾਈਵੇਟ ਅਸਲੇ ਦੀ ਆ ਤੇ ਤਾਂ ਵੀ ਮੈਚ ਹੋ ਜਾਏਗਾ। ਅਸਲ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ। ਭੋਲੇ ਭਾਲੇ ਕਿਸਾਨਾਂ ਦਾ ਕੋਈ ਕਸੂਰ ਨਹੀਂ ਉੱਥੇ, ਉਹ ਗੋਲੀ ਚਲਾਉਣ ਵਾਲੇ ਦਾ ਕਸੂਰ ਆ। ਜਿੰਨੀ ਦੇਰ ਤੱਕ ਗੋਲੀ ਨਹੀਂ ਚੱਲੀ ਸੀ ਉਨੀ ਦੇਰ ਤੱਕ ਸਭ ਕੁਝ ਸ਼ਾਂਤਮਈ ਹੋ ਰਿਹਾ ਸੀ। ਉਹ ਗੋਲੀ ਚਲਾ ਕੇ ਉੱਥੋਂ ਨਿਕਲ ਗਏ, ਉਦੋਂ ਬਾਅਦ ਉੱਥੇ ਸਭ ਕੁਝ ਹੋਇਆ ਜੀ। ਬਹੁਤ ਕਹਾਣੀ ਸੀ ਅਸਲੀ ਉੱਥੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ, ਕਿਉਂਕਿ ਇੰਟਰਵਿਊ ਬਹੁਤ ਜਿਹੜੀ ਲੰਬੀ ਹੋ ਗਈ ਹੈ, ਲੰਬੀ ਹੋਣੀ ਸੀ ਕਿਉਂਕਿ ਇਹਨਾਂ ਦੀਆਂ ਜਿਹੜੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਇਹਨਾਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਦੱਸਿਆ ਕਿ ਜਿਹੜੇ ਕਾਨੂੰਨ ਹੈ ਉਹਨਾਂ ਬਾਰੇ ਦੱਸੇ ਵੀ ਕਿਵੇਂ ਘਾਤਕ ਸਿੱਧ ਹੋਣਗੇ। ਬੜੀ ਬਰੀਕੀ ਦੇ ਨਾਲ ਇਹਨਾਂ ਨੇ ਵਿਸਤਾਰ ਕੀਤਾ ਹੈ। ਉਸ ਤੋਂ ਬਾਅਦ ਇਹਨਾਂ ਨੇ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਉਸ ਦੇ ਬਾਰੇ ਵੀ ਦੱਸਿਆ, ਕਿਹੜੇ ਬੰਦੇ ਉਹਦੇ ਵਿੱਚ ਇਨਵੋਲਵ ਸੀ, ਕਿਵੇਂ ਲੋਕ ਉੱਥੇ ਪਹੁੰਚੇ, ਕਿਸ ਤਰੀਕੇ ਦੇ ਨਾਲ ਉੱਥੇ ਘਟਨਾਕ੍ਰਮ ਹੋਇਆ, ਕਿਹਨੇ ਕਰਵਾਇਆ, ਉਹ ਵੀ ਬੜਾ ਵਿਸਤਾਰ ਦੇ ਨਾਲ ਦੱਸਿਆ ਇਹਨਾਂ ਨੇ। ਤੇ ਤੀਜੀ ਗੱਲ ਇਹਨਾਂ ਨੇ ਨਾਲ ਇਹ ਕਿਹਾ ਕਿ ਜਿਹੜੇ ਇਹ ਕਾਨੂੰਨ ਹੈ ਇਹ ਰੱਦ ਹੋ ਕੇ ਰਹਿਣਗੇ। ਇਹਨਾਂ ਨੇ ਕਿਹਾ ਕਿ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਹੁਣ ਹੋ ਜਾਣ, 2024 ਦੇ ਵਿੱਚ ਹੋ ਜਾਣ, ਇਹ ਕਾਨੂੰਨ ਜਿਹੜੇ ਰੱਦ ਹੋ ਕੇ ਰਹਿਣਗੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਜਿਹੜੇ ਕਰੀਬ 7 ਮਹੀਨਿਆਂ ਤੋਂ ਅੰਦੋਲਨ ਜਿਹੜਾ ਚੱਲ ਰਿਹਾ ਇਹ ਕਾਨੂੰਨ ਰੱਦ ਕਰਾਉਣ ਵਾਸਤੇ, ਇਹ ਜਿਹੜਾ ਅੰਦੋਲਨ ਹੈ ਕਿਤੇ ਨਾ ਕਿਤੇ ਸਮਾਪਤ ਹੁੰਦਾ ਹੈ। ਕੇਂਦਰ ਸਰਕਾਰ ਆ ਜਿਹੜੀ ਇਹ ਕਾਨੂੰਨ ਰੱਦ ਕਰਦੀ ਹੈ ਜਾਂ ਨਹੀਂ। ਸਿੰਘੂ ਬਾਰਡਰ ਦਿੱਲੀ ਤੋਂ ਗੁਰਵੀਰ ਵਿਰਕ ਦੇ ਨਾਲ ਗੁਰਜੀਤ ਰਮਾਣਾ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।